ਵਾਹਿਗੁਰੂ ਜੀ। ਗੁਰੂ ਨਾਨਕ ਭਾਗ ਪੰਕਜ ਬੰਦਨ, ਭਾਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵਉ, ਹਿਰਦੈ ਨਿਤ ਧਿਆਵਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵਉ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰਿ ਗੋਬਿੰਦ ਸੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਈ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੁ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰੰਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਤ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਭਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਚੰਦ ਪੁੰਨ ਲਖਮੀ ਦਾਸਾ, ਮਾਤ ਬਾਤ ਸੁਨ ਭਏ ਉਦਾਸਾ। ਸ੍ਰੀ ਚੰਦ ਪੁੰਨ ਲਖਮੀ ਦਾਸਾ, ਬਾਤ ਬਾਤ ਸੁਨ ਭਏ ਉਦਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਚਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਲੜੀਵਾਰ ਇਤਿਹਾਸ ਗੁਰੂ ਬਖਸ਼ਿਸ਼ ਦੇ ਨਾਲ ਅਸੀਂ ਜੋ ਵਿਚਾਰਨਾ ਸ਼ੁਰੂ ਕੀਤਾ ਹੋਇਆ ਹੈ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਦਾ ਇਤਿਹਾਸ ਸੰਪੂਰਨ ਹੋ ਰਿਹਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਇਸ ਮਾਤਲੋਕ ਦੇ ਅੰਦਰ ਸਰੀਰ ਵਿੱਚ ਆ ਕੇ, ਇਸ ਧਰਤੀ ਤੇ ਵਿਚਰ ਕੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ ਹੈ। ਸਿੱਖਿਆ ਦਿੱਤੀ ਹੈ ਜੀਵਾਂ ਦੇ ਤਾਈਂ, ਪਰਮੇਸ਼ਵਰ ਨੂੰ ਮਿਲਣ ਦਾ ਸੌਖਾ ਆਸਾਨ ਤਰੀਕਾ ਜੋ ਹੈ ਪ੍ਰੇਮਾ ਭਗਤੀ, ਪਰਮੇਸ਼ਵਰ ਦੇ ਨਾਮ ਦਾ ਸਿਮਰਨ ਅਤੇ ਗੁਰੂ ਦੀ ਸੇਵਾ, ਸੰਗਤ ਦੀ ਸੇਵਾ ਵਿੱਚ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਲਾ ਕੇ ਬਖਸ਼ਿਸ਼ ਕੀਤੀ ਹੈ। ਤੇ ਮੇਰੇ ਸ਼ਹਿਨਸ਼ਾਹ ਪਿਤਾ ਸਤਿਗੁਰਾਂ ਨੇ ਸੋ ਜਦੋਂ ਕਿਰਪਾ ਕਰਕੇ ਕਰਤਾਰਪੁਰ ਸਾਹਿਬ ਦੀ ਨਗਰੀ ਨੂੰ ਵਸਾ ਲਿਆ ਅਤੇ ਉੱਥੇ ਸੁਭਾਏਮਨ ਹੋ ਕੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਮਹਾਨ ਬਖਸ਼ਿਸ਼ਾਂ ਕੀਤੀਆਂ ਨੇ। ਤੋਂ ਅਸੀਂ ਸਰਵਣ ਕਰ ਰਹੇ ਹਾਂ ਕਿ ਸਾਹਿਬ ਗੁਰੂ ਨਾਨਕ ਮਹਾਰਾਜ ਜੀ ਨੂੰ ਸੱਚਖੰਡ ਗਮਨ ਕਰਨ ਦਾ ਸੰਦੇਸ਼ਾ ਆ ਗਿਆ ਹੈ। ਗਰੀਬ ਨਵਾਜ ਪਾਤਸ਼ਾਹ ਜੀ ਤਿਆਰੀ ਕੀਤੀ ਹੈ। ਸੰਗਤਾਂ ਜੁੜੀਆਂ ਨੇ। ਗੁਰੂ ਸਾਹਿਬ ਨੇ ਸੰਦੇਸ਼ਾ ਭੇਜਿਆ ਸੀ ਪਹਿਲਾਂ ਸ੍ਰੀ ਚੰਦ ਲਖਮੀ ਦਾਸ ਨੂੰ, ਭਈ ਅਸੀਂ ਸੱਚਖੰਡ ਪਿਆਨਾ ਕਰਨਾ ਤੇ ਉਹਨਾਂ ਨੂੰ ਕਹੋ ਵੀ ਆਣ ਕੇ ਦਰਸ਼ਨ ਕਰ ਲੈਣ।
ਉਹਨਾਂ ਦੇ ਮਨ 'ਚ ਪ੍ਰਤੀਤ ਨਹੀਂ ਸੀ। ਇਸ ਵਾਸਤੇ ਕਹਿੰਦੇ ਵੀ ਐਦਾਂ ਕਿੱਦਾਂ ਚਲੇ ਜਾਣਗੇ ਮਹਾਰਾਜ, ਕੋਈ ਗੱਲ ਨਹੀਂ, ਬਾਤ ਨਹੀਂ। ਆਪ ਮਨੁੱਖ ਸਮਝਦੇ ਸਨ। ਸਤਿਗੁਰਾਂ ਨੇ ਤਿਆਰਾ ਕੀਤਾ, ਦੁਬਾਰਾ ਫਿਰ ਸੰਦੇਸ਼ਾ ਭੇਜਿਆ ਸੀ, ਫਿਰ ਵੀ ਉਹਨਾਂ ਦੇ ਮਨ 'ਤੇ ਕੋਈ ਅਸਰ ਨਹੀਂ ਸੀ ਹੋਇਆ। ਹੁਣ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਤਿਆਰੀ ਕੀਤੀ ਹੈ। ਆਪ ਜੀ ਨੇ ਜਿਸ ਜਗ੍ਹਾ ਤੇ 8 ਵਿਗੇ ਦਾ ਜਿਹੜਾ ਖੇਤ ਸੀ, ਉਹਦੇ ਵਿੱਚ ਭਾਈ ਸਧਾਰਨ ਜੀ ਨੂੰ ਹੁਕਮ ਕੀਤਾ ਸੀ ਕਿ ਭਾਈ ਇਸ ਸਥਾਨ ਨੂੰ ਸੁਧਾਰ ਕਰਕੇ ਇੱਥੇ ਸਾਡੀ ਚਿਖਾ ਜਿਹੜੀ ਤਿਆਰ ਕਰਨੀ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਹੁਕਮ ਕੀਤਾ ਅਤੇ ਗਰੀਬ ਨਵਾਜ ਜੀ ਨੇ ਬਖਸ਼ਿਸ਼ ਕਰਕੇ ਸਾਰੀ ਰਾਤ ਸੰਗਤਾਂ ਜਾਗੀਆਂ ਧਰਮਸਾਲ ਦੇ ਵਿੱਚ। ਸੁੰਦਰ ਸੋਹਣੀਆਂ ਸੁਗੰਧੀਆਂ ਘਸਾ ਕਰਕੇ ਹਜੂਰ ਨੇ ਕਿਹਾ ਛਿੜਕਾ ਦਿਓ। ਸੁਗੰਧੀਆਂ ਜਿਹੜੀਆਂ ਫੈਲਾਈਆਂ ਗਈਆਂ ਨੇ, ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਦੇ ਤੜਕੇ ਇਸ ਤਰੀਕੇ ਦੇ ਨਾਲ ਸਵਾ ਪਹਿਰ ਰਾਤ ਰਹਿੰਦੀ ਤੋਂ ਹਜੂਰ ਪਾਤਸ਼ਾਹ ਮਹਾਰਾਜ ਜੀ ਸਿਮਰਨ ਵਿੱਚ ਜੁੜੇ ਨੇ। ਕੀਰਤਨ ਹੋਇਆ ਹੈ। ਜਿਸ ਵੇਲੇ ਦਿਨ ਦਾ ਚੜ੍ਹਾਅ ਹੋਇਆ ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਚਿਖਾ ਵਾਲੇ ਅਸਥਾਨ ਵੱਲ ਨੂੰ ਜਦੋਂ ਤੁਰੇ ਹਨ ਤੇ ਸਾਰੀ ਸੰਗਤ ਨੂੰ ਹੁਕਮ ਕਰ ਦਿੱਤਾ ਹੈ ਕਿ ਇਸ ਪ੍ਰਕਾਰ ਹੁਣ ਭਾਈ ਸਾਡੀ ਤਿਆਰੀ ਹੈ, ਸੱਚਖੰਡ ਗਮਨ ਕਰਨ ਲੱਗੇ ਆ। ਜਦੋਂ ਸਤਿਗੁਰੂ ਪਾਤਸ਼ਾਹ ਜੀ ਇਸ ਤਰੀਕੇ ਦੇ ਨਾਲ ਤੁਰੇ, ਸੰਗਤਾਂ ਬਹੁਤ ਜੁੜੀਆਂ ਨੇ। ਕਵੀ ਜੀ ਨੇ ਬਿਆਨ ਕੀਤਾ ਹੈ, ਇਸ ਪ੍ਰਕਾਰ ਦੇਵੀਆਂ, ਦੇਵਤੇ, ਰਿਸ਼ੀ, ਮੁਨੀ ਸਭ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰ ਹੋਏ ਨੇ। ਤੋ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਿਸ ਵੇਲੇ ਉਹ ਤੁਰੇ ਹਨ, ਸੰਗਤਾਂ ਦੀ ਭੀੜ ਜੁੜੀ ਹੈ। ਮਾਤਾ ਸੁਲੱਖਣੀ ਜੀ ਨੂੰ ਜਦੋਂ ਪਤਾ ਲੱਗਾ ਤੇ ਉਹ ਛੇਤੀ ਨਾਲ ਆਏ ਹਨ। ਆਣ ਕਰਕੇ ਧੰਨ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਦੀਦਾਰ ਕੀਤੇ ਹਨ। ਤੇ ਉਸ ਵੇਲੇ ਮਾਤਾ ਜੀ ਨੇ ਸੁਨੇਹਾ ਹੁਣ ਭੇਜਿਆ ਹੈ ਭਾਈ ਸਧਾਰਨ ਜੀ ਦੇ ਹੱਥ ਕਿ ਜਾਓ ਸਾਹਿਬਜ਼ਾਦਿਆਂ ਨੂੰ ਕਹੋ ਵੀ ਮਹਾਰਾਜ ਸੱਚਖੰਡ ਨੂੰ ਚੱਲੇ ਨੇ ਤੇ ਆਣ ਕੇ ਦਰਸ਼ਨ ਕਰ ਲੈਣ, ਪਛਤਾਉਂਦੇ ਰਹਿ ਜਾਣਗੇ ਬਾਅਦ ਵਿੱਚ ਦਰਸ਼ਨ ਨਹੀਂ ਹੋਏ। ਇਉਂ ਮਾਤਾ ਜੀ ਨੇ ਸੰਦੇਸ਼ਾ ਜਦੋਂ ਭੇਜਿਆ ਹੈ ਤਾਂ ਉਸ ਵੇਲੇ ਸ੍ਰੀ ਚੰਦ ਲਖਮੀ ਦਾਸ ਜੀ ਦੇ ਮਨ ਵਿੱਚ ਖੂਬ ਹੋਇਆ ਤੇ ਪ੍ਰਭਾਵ ਪਿਆ ਕਿ ਮੇਰੇ ਸਤਿਗੁਰੂ ਜੀ ਸੱਚਮੁੱਚ ਹੀ ਚੱਲੇ ਹਨ। ਇਉਂ ਇੱਧਰ ਸੰਦੇਸ਼ਾ ਮਿਲਦਾ, ਤਿਆਰ ਹੋ ਕੇ ਚੱਲਦੇ ਹਨ। ਉੱਧਰ ਜੋ ਸਤਿਗੁਰੂ ਨਾਨਕ ਸਾਹਿਬ ਜੀ ਭਾਣਾ ਵਰਤਾਉਂਦੇ ਨੇ, ਕਵੀ ਜੀ ਸੋਹਣੇ ਢੰਗ ਨਾਲ ਬਿਆਨ ਕਰ ਰਹੇ ਨੇ। ਪਿਆਰ ਪੂਰਵਕ ਸਰਵਣ ਕਰੀਏ, ਗੁਰੂ ਚਰਨਾਂ 'ਚ ਮਨ ਜੋੜਦੇ ਹੋਏ ਮੁਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਚੰਦ ਪੁੰਨ ਲਖਮੀ ਦਾਸਾ। ਵੱਡੇ ਸਾਹਿਬਜ਼ਾਦੇ ਸਤਿਗੁਰਾਂ ਦੇ ਸ੍ਰੀ ਚੰਦ ਜੀ, ਫਿਰ ਲਖਮੀ ਦਾਸ ਜੀ। ਮਾਤ ਬਾਤ ਸੁਣ ਭਏ ਉਦਾਸਾ। ਮਾਤਾ ਜੀ ਦਾ ਸੰਦੇਸ਼ਾ ਸੁਣ ਕਰਕੇ ਮਨ 'ਚ ਉਦਾਸੀ ਹੋਈ ਇਹਨਾਂ ਦੇ। ਤਤ ਛਿਨ ਉੱਠੇ ਤਜੇ ਅਨਮਤਾ। ਬਾਕੀ ਸਾਰੀਆਂ ਹੀ ਸਲਾਹਾਂ ਛੱਡ ਕਰਕੇ ਝਟ ਉੱਠੇ ਹਨ ਦੋਨੋਂ ਹੀ। ਕਹਿਓ ਸਮਾਏ ਨਾ ਸਾਚੇ ਪਿਤਾ। ਕਹਿੰਦੇ ਕਿਤੇ ਸੱਚੇ ਪਿਤਾ ਸਤਿਗੁਰੂ ਮਹਾਰਾਜ ਕਿਤੇ ਸਮਾਈ ਨਾ ਜਾਣ। ਗਮਨੇ ਮਿਲਣ ਭਈ ਇਤੇ ਐਸੇ। ਤਾਂ ਇਹ ਤਾਂ ਚੱਲ ਪਏ ਨੇ ਗੁਰੂ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਵਾਸਤੇ। ਇੱਧਰ ਕਵੀ ਜੀ ਕਹਿੰਦੇ ਇਸ ਤਰ੍ਹਾਂ ਮੇਰੇ ਸਤਿਗੁਰੂ ਜੀ ਨੇ ਸੋ ਖੇਲ ਵਰਤਾਇਆ ਹੈ। ਉਤ ਕੀ ਸੁਨਹੁ ਕੀਨ ਗੁਰ ਜੈਸੇ। ਜਿੱਧਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਕਿਰਪਾ ਕੀਤੀ ਹੈ ਉਹਦੀ ਕਹਿੰਦੇ ਕਥਾ ਸੁਣੋ। ਅੰਬਰ ਪਾਹੇ ਬਦਨ ਪਰ ਤਬਹੇ। ਸਤਿਗੁਰੂ ਪਾਤਸ਼ਾਹ ਜੀ ਨੇ ਮੁਖਾਰ ਬਿੰਦ ਤੇ ਸੋਹਣਾ ਵਸਤਰ ਚਾਦਰਾ ਮਹਾਨ ਲੈ ਲਿਆ ਹੈ। ਪੌੜ ਗਏ ਦੇਖੇ ਨਰ ਸਭੇ। ਮੇਰੇ ਸਤਿਗੁਰੂ ਜੀ ਬਰਾਜ ਗਏ ਹਨ, ਧਰਤੀ ਤੇ ਲੇਟ ਗਏ ਹਨ, ਸਭ ਸੰਗਤਾਂ ਦੇਖਦੀਆਂ ਨੇ। ਜੇ ਸਮਾਏ ਤਨ ਰਹੇ ਨਾ ਪ੍ਰਾਨਾ। ਮੇਰੇ ਸਤਿਗੁਰੂ ਜੀ ਨੇ ਆਪਣੇ 5 ਭੂਤਕ ਸਰੀਰ ਦੇ ਵਿੱਚੋਂ ਪ੍ਰਾਣ ਜਿਹੜੇ ਹਨ ਉਹ ਨਿਆਰੇ ਕਰ ਲਏ ਹਨ। ਆ ਕਹਾਏ ਕੋ ਸ਼ਬਦ ਮਹਾਨਾ। ਜੋ ਹਜੂਰੀ ਦੇ ਵਿੱਚ ਸੇਵਕ ਸਨ ਸੋ ਵੈਰਾਗ ਦੇ ਨਾਲ ਉਹਨਾਂ ਨੇ ਇਸ ਪ੍ਰਕਾਰ ਸ਼ੋਰ ਮਚਿਆ ਹੈ। ਕਰਹੀ ਲੋਕ ਬਿਲਾਪ ਕਲਾਪਾ। ਤੋ ਕਲਾਪਾ ਸਮੂਹ ਜਿਤਨੇ ਲੋਕ ਨੇ ਗੁਰੂ ਦੇ ਵਿਛੋੜੇ ਵਿੱਚ ਵੈਰਾਗ ਕਰਨ ਲੱਗੇ ਹਨ। ਭਇਓ ਪ੍ਰਭੂ ਕੋ ਬਿਰਹ ਪ੍ਰਤਾਪਾ। ਬੜਾ ਭਾਰੀ ਮੇਰੇ ਸਤਿਗੁਰੂ ਜੀ ਦਾ ਸੋ ਵਿਛੋੜਾ ਸਭਨਾਂ ਦੇ ਮਨਾਂ 'ਚ ਭਾਸਿਆ ਹੈ, ਜਿਸ ਕਰਕੇ ਸਭਨਾਂ ਦੇ ਮਨ ਦੇ ਵਿੱਚ ਵੈਰਾਗ ਛਾਇਆ ਹੈ। ਨਰਨ ਵਿਖੇ ਭਾਰੁਦਨ ਕਨੇਰਾ। ਤੋ ਭਾਈ ਵੈਰਾਗ ਦੇ ਵਿੱਚ ਥੋੜੇ ਪ੍ਰੇਮੀ ਗੁਰੂ ਪਾਤਸ਼ਾਹ ਜੀ ਦੇ ਪਿਆਰੇ ਲੋਕ ਨੇ, ਉਹਨਾਂ ਨੇ ਇਸ ਪ੍ਰਕਾਰ ਰੋਣ ਦੀ ਆਵਾਜ਼ ਕੀਤੀ ਹੈ। ਸੁਰਨ ਮਝਾਰ ਆਨੰਦ ਬਧੇਰਾ। ਇੱਧਰ ਮਾਤ ਲੋਕ ਦੇ ਵਿੱਚ ਤਾਂ ਸੋ ਇਸ ਪ੍ਰਕਾਰ ਵੈਰਾਗ ਦੀ ਕਰੁਣਾ ਰਸ ਛਾ ਗਿਆ ਹੈ, ਪਰ ਉਧਰ ਜੋ ਦੇਵ ਲੋਕ ਹੈ ਉਹਨਾਂ ਦੇ ਤਾਂ ਖੁਸ਼ੀ ਹੋਈ ਹੈ। ਆਤੇ ਉਸਤਵ ਕੇ ਗੀਤਨ ਗਾਵ ਹੈ। ਹੁਣ ਦੇਵ ਮੰਡਲ ਜਿਹੜਾ ਹੈ
ਉਹ ਸਾਰੇ ਹੀ ਸੋ ਇਸ ਪ੍ਰਕਾਰ ਆਕਾਸ਼ ਮੰਡਲ ਵਿੱਚ ਆ ਕਰਕੇ ਖੁਸ਼ੀ ਦੇ ਗੀਤ ਗਾ ਰਹੇ ਨੇ ਕਿ ਸਾਡਾ ਸਵਾਮੀ ਮਾਲਕ ਆ ਰਿਹਾ ਹੈ। ਬਾਦਤ ਤਾਲ ਮਿਲਾਏ ਬਜਾਵੇ, ਉਹ ਬੜੇ ਸੁੰਦਰ ਤਾਲ ਮਿਲਾ ਕਰਕੇ ਬਾਜੇ ਬਜਾ ਕਰਕੇ ਸੁੰਦਰ ਸੋ ਗੀਤ ਗਾਉਂਦੇ ਹਨ। ਸਵਈਆ ਨੰਦੀ ਸੋ ਬਿਖਬ ਚੜੇ ਸਿਵਜੂ, ਸ਼ਿਵ ਜੀ ਜੋ ਇਹਨਾਂ ਦਾ ਨੰਦੀ ਬੈਲ ਹੈ ਉਸ ਤੇ ਚੜ੍ਹ ਕਰਕੇ ਆਏ ਹਨ ਆਕਾਸ਼ ਵਿੱਚ। ਤਾਨੀ ਉਜਲ ਇੰਦਰਸ ਸਾਸ ਸੁਹਾਏ, ਤੋ ਇਸ ਪ੍ਰਕਾਰ ਸਰੀਰ ਜਿਹਨਾਂ ਦਾ ਉਜਲ ਹੈ, ਚਿੱਟੀ ਸੁਆਮਲੀ ਹੁੰਦੀ ਸਰੀਰ ਤੇ, ਉਜਲ ਸਰੀਰ ਹੈ। ਚੰਦਰਮਾ ਮੱਥੇ ਤੇ ਪ੍ਰਕਾਸ਼ ਦਾ, ਜਿਹਦੇ ਸਸਾਂਕ ਖਰਗੋਸ਼ ਦਾ ਨਿਸ਼ਾਨ ਹੈ। ਬਿਆਲ ਕਰਾਲ ਅਲੰਕ੍ਰਿਤ ਹੈ, ਭਿਆਨਕ ਸੱਪ ਜਿਹੜੇ ਹਨ ਉਹਨਾਂ ਨਾਲ ਸ਼ਿਵ ਜੀ ਜਿਹੜੇ ਨੇ ਸਜੇ ਹੋਏ ਨੇ, ਗਹਿਣੇ ਦੀ ਜਿੱਦਾਂ ਗਹਿਣੇ ਪਾ ਕੇ ਸਜਾਉਂਦੇ ਇਉਂ ਸ਼ਿਵ ਜੀ ਹੁਣਾਂ ਦੇ ਸੋ ਸਰੀਰ ਦੇ ਉੱਤੇ ਸੱਪ ਜਿਹੜੇ ਹਨ ਉਹਨਾਂ ਨੇ ਸੋ ਅਲੰਕ੍ਰਿਤ ਕੀਤਾ, ਸਜਾਇਆ ਹੋਇਆ ਸਰੀਰ ਨੂੰ। ਰਖਾਲ ਵਿਸ਼ਾਲ ਸਿਕੰਦਨ ਪਾਏ, ਤਾਂ ਫਿਰ ਜੋ ਸ਼ੇਰ ਦੀ ਖੱਲ ਹੈ ਮੋਢਿਆਂ ਤੇ ਪਾਈ ਹੋਈ ਹੈ। ਗੰਗ ਤਰੰਗ ਅਮੰਕਣ ਭੰਗ, ਉਹ ਜਿਹੜੀ ਗੰਗਾ ਇਸ ਪ੍ਰਕਾਰ ਕਹਿੰਦੇ ਸ਼ਿਵ ਜੀ ਨੇ ਜੜਾਵਾਂ 'ਚ ਪਹਿਲਾਂ ਟਿਕੀ ਸੀ, ਪਾਪਾਂ ਦੇ ਨਾਸ ਕਰਨ ਵਾਲੀ ਗੰਗਾ ਦੀ ਲਹਿਰ ਹੈ। ਜਟਾ ਮੈਂ ਪਾਰਬਤੀ ਅੰਗ ਲਾਏ, ਜਟਾਂ ਦੇ ਵਿੱਚ ਗੰਗਾ ਹੈ, ਪਾਰਬਤੀ ਜੀ ਨੂੰ ਨਾਲ ਲੈ ਕਰਕੇ ਗੁਰੂ ਦੇ ਸਵਾਗਤ ਵਿੱਚ ਖੜੇ ਹਨ। ਸੂਲ ਧਰੇ ਕਰ ਮੁੰਡ ਪਰੇ ਕਰ, ਤੋ ਹੱਥ ਵਿੱਚ ਤਰਸੂਲ ਫੜਿਆ ਹੈ, ਗਲ ਵਿੱਚ ਮੁੰਡਾਂ ਦੀ ਖੋਪਰੀਆਂ ਦੀ ਮਾਲਾ ਪਾਈ ਹੋਈ ਹੈ। ਸ਼ਿਵ ਜੀ ਦਾ ਭਿਅੰਕਰ ਰੂਪ ਹੈ ਇਹ। ਪ੍ਰੇਮ ਕਰੇ ਔਰ ਸੋ ਚਲੇ ਆਏ, ਇਸ ਪ੍ਰਕਾਰ ਬੜਾ ਭਾਰੀ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਆਪਣਾ ਪ੍ਰੇਮ ਜਣਾਉਣ ਵਾਸਤੇ ਚੱਲ ਕੇ ਆਏ ਹਨ। ਸੰਗ ਪੰਚਾਚਨ ਤਾਤ ਖੜਾਨਣ ਹੈ, ਇਸ ਪ੍ਰਕਾਰ ਪੰਚਾਨਨ ਹੁਣ 4 ਮੁੱਖਾਂ ਵਾਲਾ ਤੇ ਬ੍ਰਹਮਾ ਨੂੰ ਮੰਨਿਆ ਹੈ। ਪੰਚਾਨਨ 5 ਮੂੰਹਾਂ ਵਾਲਾ ਸ਼ਿਵ ਜੀ ਨੂੰ ਮੰਨਿਆ ਹੈ। ਖੜਾਨਨ ਜਿਹੜਾ ਇਹਨਾਂ ਦਾ ਸੁਪੁੱਤਰ ਹੈ ਸ਼ਿਵ ਜੀ ਦਾ, ਸੋ ਸ਼ਾਮ ਕਾਰਤਕ ਉਹ 6 ਮੂੰਹਾਂ ਵਾਲਾ ਮੰਨਿਆ। ਖੜਾਨਨ ਉਹਨੂੰ 6 ਮੂੰਹ ਵਾਲਾ ਕਹਿੰਦੇ ਹਨ। ਦੁਰ ਦਾਨਣ ਸ਼ੋਭ ਬਢਾਏ, ਤੇ ਜਿਹੜਾ ਦੁਰਦ ਆਨਨ ਸੋ ਦੁਰਦ ਹਾਥੀ ਦੇ ਮੂੰਹ ਵਾਲਾ ਜੋ ਸ੍ਰੀ ਗਣੇਸ਼ ਹੈ ਉਹ ਵੀ ਕਹਿੰਦੇ ਨਾਲ ਹੈ। ਸ਼ਿਵ ਜੀ ਆਪਣਾ ਸਾਰਾ ਪਰਿਵਾਰ ਲੈ ਕੇ ਆਇਆ। ਖੜਾਨਨ ਜਿਹੜਾ ਹੈ ਸ਼ਾਮ ਕਾਰਤਕ ਹੈ, ਇਹਦੀ ਮੋਰ ਦੀ ਸਵਾਰੀ ਮੰਨੀ ਹੈ। ਇਸ ਪ੍ਰਕਾਰ ਜਿਹੜਾ ਗਣੇਸ਼ ਹੈ ਇਹਦੀ ਚੂਹੇ ਦੀ ਸਵਾਰੀ ਮੰਨੀ ਹੈ। ਬ੍ਰਿੰਦ ਬੜੇ ਗਣ ਸਾਥ ਬਿਰਾਜਤ, ਇਸ ਤਰੀਕੇ ਦੇ ਨਾਲ ਸੋ ਇਹਦੇ ਨਾਲ ਜਿਹੜੇ ਇਸ ਦੇ ਗਾਣ ਨੇ ਟਾਉਣਾ ਛਾਉਣਾ ਆਦਿਕ ਸਾਰੇ ਨਾਲ ਫੱਬ ਰਹੇ ਹਨ। ਦੇਖ ਸਰੂਪ ਸਭੈ ਹਰਖਾਏ, ਜਦੋਂ ਧੰਨ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸੋ ਪਾਵਨ ਜੋ ਦਿਵ ਰੂਪ ਦਾ ਇਹਨਾਂ ਦਰਸ਼ਨ ਕੀਤਾ, ਬੜੇ ਖੁਸ਼ ਹੋਏ ਹਨ। ਜੈ ਸੁਖਦਾਇਕ ਜੈ ਸੁਰਨਾਇਕ, ਇਹ ਮਹਾਰਾਜ ਸਾਰੇ ਦੇਵਤਿਆਂ ਦੇ ਪ੍ਰੇਰਕ ਹੋ, ਸੁਖਦਾਇਕ ਸਭਨਾਂ ਨੂੰ ਸੁਖ ਦੇਣ ਵਾਲੇ ਸਮਰੱਥ ਹੋ ਗੁਰੂ ਨਾਨਕ ਸਾਹਿਬ ਜੀ। ਜੈਠ ਪਾਇਕ ਵਾਕ ਅਲਾਏ, ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਜੈ ਜੈਕਾਰ ਦੇ ਵਾਕ ਬਚਨ ਜਿਹੜੇ ਨੇ ਸਾਰਿਆਂ ਨੇ ਉਚਾਰਨ ਕੀਤੇ ਹਨ। ਬੰਦ ਉਬੈ ਕਰ ਬੰਦਤ ਹੈ ਬਹੁ, ਤੋ ਕਹਿੰਦੇ ਦੋਵੇਂ ਹੱਥ ਜੋੜ ਜੋੜ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਸਰੂਪ ਜੋ ਹੈ ਮੇਰੇ ਸਤਿਗੁਰੂ ਜੀ ਦਾ ਸਰੂਪ, ਸਥੂਲ ਸਰੀਰ ਤਾਂ ਇੱਥੇ ਤਿਆਗਿਆ ਹੈ। ਜੋ ਮੇਰੇ ਸਤਿਗੁਰੂ ਜੀ ਦਾ ਦਿਵ ਰੂਪ ਹੈ ਸੋ ਇਸ ਪ੍ਰਕਾਰ ਸੂਖਮ ਸਰੂਪ ਹੈ, ਉਸ ਨੂੰ ਨਮਸਕਾਰਾਂ ਕਰਦੇ ਹਨ। ਫੂਲਣ ਕੀ ਬਰਖਾ ਬਰਖਾਏ, ਇਹ ਜਿਤਨੇ ਦੇਵ ਮੰਡਲ ਆਏ ਨੇ, ਦੇਵਤੇ ਦੇਵੀਆਂ ਸਾਰੇ ਇਸ ਪ੍ਰਕਾਰ ਫੁੱਲਾਂ ਦੀ ਵਰਖਾ ਕੀਤੀ ਹੈ, ਸਤਿਗੁਰੂ ਦਾ ਸਵਾਗਤ ਕੀਤਾ ਹੈ, ਸੱਚਖੰਡ ਨੂੰ ਜਾਣ ਲੱਗੇ ਹਨ। ਹੰਸ ਚੜੇ ਚਤਰਾਨਨ ਨਾਰਦ, ਤੋ ਕਹਿੰਦੇ ਇੱਧਰ ਹੁਣ ਜਿਹੜਾ ਚਤੁਰਾਨਨ 4 ਮੂੰਹਾਂ ਵਾਲਾ ਬ੍ਰਹਮਾ ਹੈ, ਹੰਸ ਦੀ ਸਵਾਰੀ ਹੈ, ਆਪਣੇ ਹੰਸ ਦੀ ਸਵਾਰੀ ਕਰਕੇ ਆਇਆ ਤੇ ਨਾਰਦ ਮੁਨੀ ਪੁੱਤਰ ਨਾਲ ਹੈ। ਨਾਰਦ ਸਾਰਦ ਬੁੱਧ ਸਿਦਾਰਦ, ਤੋ ਨਾਰਦ ਹੈ, ਸਾਰਦ ਸ਼ਾਰਦਾ ਹੈ, ਬੁੱਧ ਹੈ, ਇਸ ਪ੍ਰਕਾਰ ਤੇ ਇਸ ਪ੍ਰਕਾਰ ਇਹਦੇ ਨਾਲ ਹੋਰ ਜਿਹੜੇ ਹਨ ਰਿਸ਼ੀ ਮੁਨੀ। ਪ੍ਰੇਮ ਭਰੇ ਔਰ ਬੇਣ ਬਜਾਵਤ, ਤੋ ਕਹਿੰਦੇ ਇਸ ਤਰੀਕੇ ਦੇ ਨਾਲ ਬੜੇ ਪ੍ਰੇਮ ਵਿੱਚ ਭਰ ਕੇ ਨਾਰਦ ਮੁਨੀ ਬੀਣਾ ਵਜਾ ਰਿਹਾ ਹੈ ਆਪਣੀ ਖੁਸ਼ੀ ਨਾਲ। ਸਨਕ ਸਨੰਦ ਹਿਰਦੈ ਹਰਖਾਏ, ਬ੍ਰਹਮਾ ਜੀ ਦੇ 4 ਪੁੱਤਰ ਜਿਹੜੇ ਹੋਰ ਨੇ ਸੋ ਸਨਕ ਸਨੰਦਨ ਸਨਾਤਨ ਸੰਤ ਕੁਮਾਰ, ਇਹ ਇਸ ਪ੍ਰਕਾਰ ਬਾਲ ਅਵਸਥਾ ਵਿੱਚ ਰਹਿੰਦੇ ਆ, 5 ਸਾਲ ਦੀ ਉਮਰ ਵਿੱਚ ਨੰਗੇ ਤੁਰੇ ਫਿਰਦੇ ਰਹਿੰਦੇ ਸਵਰਗ ਆਦਿਕ ਦੇ ਵਿੱਚ। ਇਹ ਵੀ ਆਏ ਨੇ ਮਹਾਰਾਜ ਦੇ ਚਰਨਾਂ ਵਿੱਚ। ਕੌਸ਼ਿਕ ਭ੍ਰਿੰਗ ਵਸਿਸ਼ਠ ਮੁਨੀ, ਇਸ ਪ੍ਰਕਾਰ ਸੋ ਜਿਹੜਾ ਇਸ ਪ੍ਰਕਾਰ ਕੌਸ਼ਿਕ ਜਿਹੜਾ ਹੈ ਵਿਸ਼ਵਾਮਿੱਤਰ ਹੈ, ਸੋ ਭ੍ਰਿੰਗ ਰਿਸ਼ੀ ਹੈ, ਇਸ ਪ੍ਰਕਾਰ
ਵਸ਼ਿਸ਼ਟ ਮੁਨੀ ਜਿਹੜੇ ਇਹ ਹਨ। ਅੰਗਰਾਸੋ ਪੁਲਸਤ ਮਹਾ ਸੁਖ ਪਾਏ। ਤੇ ਅੰਗਰਾ ਵੀ ਰਿਸ਼ੀ ਦਾ ਨਾਂ ਤੇ ਪੁਲਸਤ ਰਿਸ਼ੀ, ਇਹ 7 ਰਿਸ਼ੀਆਂ ਵਿੱਚੋਂ ਹਨ। ਅਤਰ ਅਗਸਤ ਪਰਾਸ਼ਰ ਵਿਆਸ। ਤੇ ਅਤਰ ਵੀ ਰਿਸ਼ੀ ਹੈ, ਅਤਰੇ ਕਹਿੰਦੇ ਨੇ ਇਸ ਨੂੰ। ਤੇ ਅਗਸਤ ਮੁਨੀ ਹੈ, ਜਿਹਨੇ 2.5 ਚੁਲੀਆਂ 'ਚ ਕਹਿੰਦੇ ਸਮੁੰਦਰ ਪੀ ਲਿਆ ਸੀ। ਤੇ ਪਰਾਸ਼ੁਰ ਇਸ ਪ੍ਰਕਾਰ ਜਿਹੜੇ ਹਨ। ਸਭੈ ਦਰਸ਼ਨ ਗੁਰੂ ਸੁਖ ਪਾਏ। ਇਸ ਪ੍ਰਕਾਰ ਸਭਨਾਂ ਨੇ ਦਰਸ਼ਨ ਕੀਤੇ ਨੇ। ਵਿਆਸ ਰਿਸ਼ੀ ਆਦਿਕ ਸਤਿਗੁਰੂ ਪਾਤਸ਼ਾਹ ਦਾ ਦਰਸ਼ਨ ਕੀਤਾ ਆਣ ਕੇ ਇਹਨਾਂ ਨੇ। ਦੋਹਰਾ ਬਾਲਮੀਕ ਅਰ ਰੋਮ ਰਿਖ। ਰੋਮ ਰਿਸ਼ੀ ਜੀ, ਲੋਮਸ਼ ਰਿਸ਼ੀ ਜਿਹਨੂੰ ਕਹਿੰਦੇ ਨੇ, ਤੇ ਬਾਲਮੀਕ ਜੀ ਜੋ ਹਨ। ਕਾਕ ਬਸੁੰਡ ਸੁਜਾਨ। ਤੇ ਕਾਕ ਭਸੁੰਡ ਜਿਹੜਾ ਹੈ ਬੜਾ ਸਿਆਣਾ ਮੰਨਿਆ ਹੈ। ਬਕਦਾਲਬ ਤੇ ਆਦ ਸਭ। ਬਗਦਾਲਬ ਰਿਸ਼ੀ ਤੋਂ ਲੈ ਕਰਕੇ ਜਿਤਨੇ ਰਿਸ਼ੀ ਮੁਨੀ ਹਨ, ਸਭ ਜਿਹੜੇ ਇਸ ਪ੍ਰਕਾਰ ਸੋ ਦੇਵ ਲੋਕ ਨੂੰ ਪ੍ਰਾਪਤ ਹਨ, ਸਭ ਆਏ ਹਨ। ਆਏ ਰਖੀ ਮਹਾਨ। ਇਹ ਮਹਾਨ ਰਿਸ਼ੀ ਲੋਕ ਚੱਲ ਕੇ ਆਏ ਗੁਰੂ ਨਾਨਕ ਦੇ ਸਵਾਗਤ ਲਈ। ਨਾਮਦੇਵ ਜੈ ਦੇਵ ਜਨ। ਤੋ ਜਿਹੜੇ ਭਗਤ ਨੇ ਲੋਕ, ਸੋ ਜਿਹੜੇ ਸੱਚਖੰਡ ਵਿੱਚ ਵਾਸਾ ਤਹਿ ਭਗਤ ਵਸਾ ਕੀਰਤਨ ਆਧਾਰੇ। ਨਾਮਦੇਵ ਜੀ, ਜੈ ਦੇਵ ਜੀ ਆਦਿਕ ਧੰਨ ਜਿਹੜੇ ਹਨ ਭਗਤ ਹਨ। ਧੰਨਾ ਸੈਨ ਕਬੀਰ। ਭਗਤ ਧੰਨਾ ਜੀ, ਭਗਤ ਸੈਣ ਜੀ, ਭਗਤ ਕਬੀਰ ਜੀ ਹੁਣੀ ਆਏ ਨੇ। ਹਿਤ ਦਰਸ਼ਨ ਕੇ ਭਗਤ ਸਭ ਆਏ। ਸਤਿਗੁਰਾਂ ਦਾ ਦਰਸ਼ਨ ਕਰਨ ਵਾਸਤੇ ਸਾਰੇ ਭਗਤ ਆਏ ਹਨ। ਆਏ ਗੁਰ ਕੇ ਤੀਰ। ਧੰਨ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਪਾਸ ਆਏ ਹਨ ਜੀ। ਸਵਈਆ ਸ਼ੇਸ਼ ਸੁਰੇਸ਼ ਜਲੇਸ਼ ਦਿਨੇਸ਼। ਤੋ ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਸ਼ੇਸ਼ ਨਾਗ ਹੈ, ਸੁਰੇਸ਼ ਸੁਰਾਂ ਦੇਵਤਿਆਂ ਦਾ ਜਿਹੜਾ ਰਾਜਾ ਹੈ, ਇੰਦਰ ਦੇਵਤਾ ਹੈ, ਜਲੇਸ਼ ਜਲ ਦਾ ਈਸ਼ ਜਿਹੜਾ ਇਸ ਪਰ ਵਰਣ ਦੇਵਤਾ, ਦਿਨੇਸ਼ ਦਿਨ ਦਾ ਰਾਜਾ ਜਿਹੜਾ ਇਸ ਪ੍ਰਕਾਰ ਸੂਰਜ ਹੈ। ਧਨੇਸ਼ ਪਿਖੈ ਸੁਖ ਪਾਵੇ। ਜਿਹੜਾ ਨਿਸ਼ੇਸ਼ ਚੰਦਰਮਾ ਰਾਤ ਦਾ ਰਾਜਾ, ਧਨੇਸ਼ ਕੁਬੇਰ ਜਿਹੜਾ ਇਸ ਪ੍ਰਕਾਰ ਧਨ ਦਾ ਮਾਲਕ ਹੈ। ਇਹ ਸਾਰੇ ਹੀ ਦਰਸ਼ਨ ਕਰਕੇ ਸੁਖ ਪਾਉਂਦੇ ਗੁਰੂ ਸਾਹਿਬ ਦਾ। ਕਿੰਨਰ ਗੰਧਰਵ ਪਾਵਕ ਪਾਉਣ। ਇਸ ਪ੍ਰਕਾਰ ਇਹ ਕਿੰਨਰ ਜਿਹੜੇ ਇਸ ਪ੍ਰਕਾਰ ਸੋ ਦੇਵਤਿਆਂ ਦੇ ਇਸ ਪ੍ਰਕਾਰ ਇਹ ਜਿਹੜੇ ਨਿਰਤਕਾਰੀ ਕਰਨ ਵਾਲੇ ਨੇ। ਗੰਧਰਵ ਜਿਹੜੇ ਸਵਰਗ ਦੇ ਵਿੱਚ ਰਾਗ ਗਾਉਣ ਵਾਲੇ ਹਨ ਇਸ ਪ੍ਰਕਾਰ। ਤੇ ਪਾਵਕ ਤੇ ਅੱਗ ਤੇ ਪਾਉਣ ਇਹ ਦੇਵਤਾ ਸਾਰੇ ਜਿਹੜੇ ਹਨ। ਆਨੰਦ ਭਰੇ ਔਰ ਮੰਗਲ ਗਾਵੇ। ਬੜੇ ਖੁਸ਼ੀ ਵਿੱਚ ਹਿਰਦੇ ਭਰ ਕਰਕੇ ਖੁਸ਼ੀ ਦੇ ਗੀਤ ਗਾਉਂਦੇ ਨੇ। ਦੇਵ ਤਰੋਵਰ ਕੀ ਪੁਸ਼ਪਾਂਜਲ। ਜੋ ਇਸ ਪ੍ਰਕਾਰ ਸਵਰਗ ਦੇ ਵਿੱਚ ਕਲਪ ਬ੍ਰਿਸ਼ ਹੈ, ਪਾਰ ਜਾਤ ਕਲਪ ਬ੍ਰਿਸ਼ ਆਦਿਕ 5 ਰੁੱਖ ਜਿਹੜੇ ਨੇ ਇਸ ਪ੍ਰਕਾਰ ਸਵਰਗ ਦੇ ਮੰਨੇ ਹਨ। ਬੜੇ ਸੁੰਦਰ ਉਹਨਾਂ ਦੇ ਫੁੱਲ। ਜਿਹੜਾ ਦੇਵਤਰੋ ਕਲਪ ਬ੍ਰਿਸ਼ ਹੈ ਉਸ ਦੇ ਫੁੱਲਾਂ ਦੀ ਵਰਖਾ ਕਰਦੇ ਨੇ ਲਿਆ ਕੇ। ਜੈ ਮੁਖ ਤੇ ਕਹਿ ਕੇ ਬਰਖਾਵੇ। ਨਾਲੇ ਧੰਨ ਗੁਰੂ ਨਾਨਕ ਦੀ ਜੈ ਕਰਦੇ ਨੇ ਤੇ ਨਾਲੇ ਫੁੱਲਾਂ ਦੀ ਵਰਖਾ ਕਰਦੇ ਹਨ। ਸ੍ਰੀ ਸੁਖ ਕੰਦ ਗੋਬਿੰਦ ਮੁਕੰਦ ਪੰਦ। ਤੋ ਮੇਰੇ ਸਤਿਗੁਰੂ ਪਾਤਸ਼ਾਹ ਸੁੱਖਾਂ ਦੇ ਦਾਤੇ, ਮੁਕਤੀ ਦੇ ਦਾਤੇ, ਧੰਨ ਮੇਰੇ ਸਤਿਗੁਰੂ ਪਾਤਸ਼ਾਹ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜੋ ਹਨ। ਪਦੰ ਅਰਬਿੰਦ ਪੁਜੈ ਮਨ ਭਾਵੇ। ਸਤਿਗੁਰਾਂ ਦੇ ਚਰਨ ਕਮਲਾਂ ਦੀ ਪੂਜਾ ਕਰਦੇ ਨੇ ਤੇ ਇਸ ਪ੍ਰਕਾਰ ਮਨ ਨੂੰ ਭਾਉਂਦੀ ਚੰਗੀ ਲੱਗਦੀ ਹੈ। ਗੋਬਿੰਦ ਦਾ ਰੂਪ ਹਨ ਸਭ ਨੂੰ ਪ੍ਰਕਾਸ਼ਣ ਵਾਲੇ ਗੁਰੂ ਸਾਹਿਬ ਜੀ। ਦੋਹਰਾ ਇੱਕ ਬੇਵਾਨ ਮਨੋਹਰ ਮਹਾ। ਤਾਂ ਇਹੋ ਜਿਹਾ ਆਨੰਦ ਬਣਿਆ ਹੈ। ਤੇ ਕਵੀ ਜੀ ਕਹਿੰਦੇ ਹੁਣ ਬਹੁਤ ਹੀ ਸੁੰਦਰ ਇੱਕ ਮਹਾਨ ਵਿਵਾਨ ਆਇਆ ਹੈ। ਪੁੰਜ ਮਣੀ ਜਿਸ ਮਾਹੇ। ਜਿਹਦੇ ਵਿੱਚ ਪੁੰਜ ਬਹੁਤ ਸਾਰੀਆਂ ਮਣੀਆਂ ਜੜਤ ਹਨ ਪ੍ਰਕਾਸ਼ ਦੀਆਂ। ਅਤ ਪ੍ਰਕਾਸ਼ ਸਕੰਤ ਸੋ ਕੌਣ। ਇਸ ਪ੍ਰਕਾਰ ਸੰਯੁਕਤ ਇਸ ਪ੍ਰਕਾਰ ਕਹਿੰਦੇ ਨੇ ਬੜਾ ਭਾਰੀ ਸੋ ਜਿਹੜਾ ਹੈ ਇਹ ਸੋਹਣਾ ਫੱਬਿਆ ਹੋਇਆ ਜਿਹੜਾ ਵਿਵਾਨ ਆਇਆ ਹੈ ਜੀ। ਸੋ ਕੌਣ ਕਹੈ ਸ਼ਬ ਤਾਹੇ। ਤੇ ਕਵੀ ਜੀ ਕਹਿੰਦੇ ਨੇ ਇਹ ਜਿਹੜਾ ਹੁਣ ਸੱਚਖੰਡ ਤੋਂ ਵਿਵਾਨ ਆਇਆ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਰੂਪ ਹੈ। ਪ੍ਰਕਾਸ਼ ਰੂਪ ਸਤਿਗੁਰੂ ਜੀ ਦਾ ਰੂਪ ਹੈ ਲੈਣ ਵਾਸਤੇ ਜੋ ਆਇਆ ਹੈ। ਕਹਿੰਦੇ ਕੌਣ ਇਸ ਮਾਤ ਲੋਕ ਦਾ ਕਵੀ ਹੈ ਜਿਹੜਾ ਉਸ ਦੀ ਸੋਭਾ ਨੂੰ ਬਿਆਨ ਕਰ ਸਕੇ। ਚੌਪਈ ਪਾਰਖ ਦੇ ਜਿਸ ਆਏ ਅਗਾਰੇ। ਤੇ ਜਿਸ ਦੇ ਅੱਗੇ ਅੱਗੇ ਪਾਰਖਦ ਲੋਕ ਆਏ ਨੇ, ਮੂਹਰੇ ਮੂਹਰੇ ਜਸ ਕਰਨ ਵਾਲੇ ਹਨ। ਚਵਰ ਟੁਰਤ ਹੈ ਵਾਰੰਗ ਵਾਰੇ। ਧੰਨ ਗੁਰੂ ਨਾਨਕ ਸਾਹਿਬ ਦੇ ਸੀਸ ਤੇ ਚੌਰ ਝੂਲਦਾ ਹੈ। ਜਹਾਂ ਹੋਤੇ ਬੇਦੀ ਕੁਲ ਦੀਪਾ। ਜਿੱਥੇ ਸਨ ਮੇਰੇ ਧੰਨ ਗੁਰੂ ਪਾਤਸ਼ਾਹ ਬੇਦੀ ਕੁਲ ਦੇ ਪ੍ਰਕਾਸ਼ ਗੁਰੂ ਨਾਨਕ ਸਾਹਿਬ ਜੀ। ਇਸਥਰ ਪਏ ਸੋ ਤਹੇ ਸਮੀਪਾ। ਤਾਂ ਸਾਰਾ ਹੀ ਇਸ ਪ੍ਰਕਾਰ ਗੁਰੂ ਸਾਹਿਬ ਦੇ ਕੋਲ ਆਣ ਕੇ ਸਮਾਜ ਇਕੱਠਾ ਹੋ ਗਿਆ। ਉਹ ਵਿਵਾਨ ਗੁਰੂ ਸਾਹਿਬ ਦੇ ਕੋਲ ਟਿਕ ਗਿਆ ਆਣ ਕੇ। ਇਹ ਜਿਸ ਰੂਪ ਤਬ ਸ੍ਰੀ ਪ੍ਰਭੂ ਧਾਰਾ। ਮੇਰਾ ਸਤਿਗੁਰੂ ਪਾਤਸ਼ਾਹ ਨੇ ਜਿਹੜਾ ਰੂਪ ਧਾਰਨ ਕੀਤਾ ਹੋਇਆ ਹੈ। ਚਰਨ ਕੋ ਕੰਨਦ ਸੁਭਤ ਅਪਾਰਾ। ਮੇਰੇ ਸਤਿਗੁਰੂ ਪਾਤਸ਼ਾਹ ਚਰਨ ਜਿਹੜੇ ਕੋ ਬੜੇ ਭਾਰੇ ਕਮਲਾਂ ਵਰਗੇ ਹਨ, ਸ਼ੋਭਾ ਪਾਰੇ ਲਾਲ ਕਮਲਾਂ ਵਰਗੇ ਸੁੰਦਰ ਹਨ। ਨੂਰਪ ਮਨਿੰਬ ਰੁਚਿਰ ਸੁਹਾਏ। ਮੇਰੇ ਸਤਿਗੁਰੂ ਜੇ ਕਵੀ ਜੀ
ਕਿਉਂਕਿ ਇਹ ਜਿਹੜੇ ਕਵੀ ਲੋਕ ਨੇ, ਇਹਨਾਂ ਨੇ ਜੋ ਨਿਰਗੁਣ ਬ੍ਰਹਮ ਪਰਮੇਸ਼ਵਰ ਰੂਪ ਰੇਖ ਤੋਂ ਨਿਆਰਾ ਹੈ, ਉਸ ਤੋਂ ਉਰੇ ਕੁਛ ਹੋਰ ਸਰੂਪ ਬੰਨੇ ਹੋਏ ਨੇ। ਸੋ ਇਸ ਪ੍ਰਕਾਰ ਪ੍ਰਾਚੀਨ ਧਾਰਮਿਕ ਲੋਕਾਂ ਨੇ ਜੇ ਅਗਰ ਨਿਰਗੁਣ ਬ੍ਰਹਮ ਦੀ ਗੱਲ ਕਰਦੇ ਨੇ ਤੇ ਕਹਿੰਦੇ ਉਹਦੇ ਵਿੱਚ ਵਿਕਾਰ ਆਉਂਦਾ, ਵਿਗਾੜ ਆਉਂਦਾ ਹੈ। ਇਸ ਵਾਸਤੇ ਫਿਰ ਵਿਸ਼ਨੂੰ ਜਾਂ ਮਹਾਂਵਿਸ਼ਨੂੰ ਆਦਿਕ ਦਾ ਰੂਪ ਜਿਹੜਾ ਨਾ, ਉਹ ਇਹਨਾਂ ਲੋਕਾਂ ਨੇ ਫਿਰ ਮੰਨਿਆ ਹੈ ਭਗਵਾਨ ਕਰਕੇ। ਤੋ ਕਵੀ ਜੀ ਹੁਣ ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇਹ ਮਹਾਂਵਿਸ਼ਨੂੰ ਦਾ ਰੂਪ ਜਿਹੜਾ, ਉਸ ਰੂਪ ਵਿੱਚ ਸ਼ੋਭਾ ਕਰਨ ਲੱਗੇ ਨੇ, ਸੁੰਦਰ ਸ਼ਿੰਗਾਰ ਰਸ ਪੈਦਾ ਕਰਦੇ ਹਨ। ਦਵੈ ਜੰਗਾ ਕਦਲੇ ਸ਼ਬ ਪਾਏ। ਤੋ ਮੇਰੇ ਧੰਨ ਸਤਿਗੁਰੂ ਪਾਤਸ਼ਾਹ ਦੇ ਕਹਿੰਦੇ ਐਸਾ ਸਰੂਪ ਹੈ, ਜਿਵੇਂ ਸੋ ਕੇਲੇ ਦੇ ਥੰਮ ਹੁੰਦੇ ਨੇ, ਇਉਂ ਮੇਰੇ ਸਤਿਗੁਰੂ ਦੇ ਜਿਹੜੇ ਹਨ ਇਸ ਪ੍ਰਕਾਰ ਲੱਤਾਂ ਸ਼ੋਭਾ ਪਾ ਰਹੀਆਂ ਹਨ। ਚਰਨ ਮਹਾਰਾਜ ਦੇ ਕਮਲ ਸਰੀਖੇ ਬੜੇ ਸੁੰਦਰ ਹਨ। ਸੁਦਰ ਘੰਟਕਾ ਬਦੀ ਸੁਹਾਵਤ। ਲਾਕੂ ਨੂੰ ਕਹਿੰਦੇ ਬੜੀ ਸੁੰਦਰ ਤੜਾਗੀ ਬਣੀ ਹੋਈ ਹੈ। ਉਦਰ ਸੋ ਤ੍ਰਿਵਲੀ ਸ਼ੋਭ ਵਡਾਵਤ। ਪੇਟ ਦੇ ਵਿੱਚ 3 ਵਲ ਪੈਂਦੇ ਨੇ, ਬੜੀ ਸ਼ੋਭਾ ਪਾਉਂਦੇ ਹਨ। ਕਾਲਿੰਦਰੀ ਆਵਰਤ ਸੋ ਨਾਭਾ। ਤੇ ਮੇਰੇ ਸਤਿਗੁਰੂ ਦੀ ਨਾਭੀ ਜਿਹੜੀ ਹੈ ਧੁੰਨੀ ਹੈ। ਇਸ ਪ੍ਰਕਾਰ ਜਿਸ ਤਰ੍ਹਾਂ ਕਾਲਿੰਦਰੀ ਜਮਨਾ ਨਦੀ ਦੇ ਵਿੱਚ ਘੁੰਮਣ ਘੇਰੀ ਪੈਂਦੀ ਹੋਏ, ਇਉਂ ਮੇਰੇ ਸਤਿਗੁਰੂ ਜੀ ਦੀ ਨਾਭੀ ਸ਼ੋਭਾ ਪਾਉਂਦੀ ਹੈ। ਭੁਜਾ ਚੌਰਪਤ ਭੂਖਣ ਆਬਾ। ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਭੁਜਾ ਬੜੀਆਂ ਸੁੰਦਰ ਨੇ, ਆਬਾ ਬੜੀ ਸੁੰਦਰਤਾ ਹੈ ਇਹਨਾਂ ਦੀ। ਸ਼ੰਖ ਚੱਕਰ ਕਰ ਕਲਮਲ ਮਾਹੇ। ਮੇਰੇ ਸਤਿਗੁਰੂ ਪਾਤਸ਼ਾਹ ਜੀ ਦੇ ਇਸ ਪ੍ਰਕਾਰ ਸ਼ੰਖ ਚੱਕਰ ਆਦਿਕ ਜਿਹੜੇ ਇਉਂ ਸ਼ੋਭਾ ਪਾ ਰਹੇ ਹਨ। ਗਦਾ ਪਦਮ ਅਤ ਸੁੰਦਰ ਆਹੇ। ਤੇ ਗਦਾ ਤੇ ਪਦਮ ਕਵਲ ਜਿਹੜਾ ਹੈ, ਇਹ ਚਤੁਰ ਭੁਜਾ, 4 ਬਾਹਾਂ ਦੇ ਵਿੱਚ, 4 ਹੱਥਾਂ ਦੇ ਵਿੱਚ ਇਹ 4 ਫੜੇ ਹੋਏ ਹੁੰਦੇ, ਵਿਸ਼ਨੂੰ ਦੇ ਰੂਪ ਦਿਖਾਉਂਦੇ ਹਨ। ਕੰਕਣ ਅੰਗਦ ਮਣ ਗਚਕਾਰੇ। ਇਸ ਪ੍ਰਕਾਰ ਸੋਹਣੇ ਮਹਾਰਾਜ ਦੇ ਅੰਗਾਂ ਵਿੱਚ ਇਸ ਪ੍ਰਕਾਰ ਸੋ ਕੰਗਣ ਆਦਿਕ ਪਾਏ ਨੇ, ਮਣੀਆਂ ਜੜਤ ਹਨ। ਬ੍ਰਿਖ ਸਮਾਨ ਕੰਧ ਦਵੈ ਭਾਰੀ। ਮੇਰੇ ਸਤਿਗੁਰੂ ਪਰਮੇਸ਼ਰ ਰੂਪ ਦੇ ਦੋਵੇਂ ਮੋਢੇ ਜਿਹੜੇ ਨੇ, ਇਸ ਤਰ੍ਹਾਂ ਜਿਵੇਂ ਸਾਡੇ ਸੋ ਪੰਜਾਬ ਵਿੱਚ ਬਲਦਾਂ ਦੀਆਂ ਬੰਨਾਂ ਹੁੰਦੀਆਂ, ਇਹ ਉੱਚੇ ਉੱਚੇ ਮੋਢੇ ਹਨ ਸਤਿਗੁਰਾਂ ਦੇ। ਰਿਆਵਤ ਬਨਮਾਲ ਸੁਹਾਵਾ। ਤੇ ਗਲ ਵਿੱਚ ਬਜੰਤੀ ਮਾਲਾ ਸ਼ੋਭਾ ਪਾਉਂਦੀ ਹੈ। ਅਦਕ ਕੌਸ਼ਭ ਮਣ ਸ਼ਬ ਪਾਵਾ। ਕੌਸ਼ਕ ਮਣੀ ਉਹਦੇ ਵਿੱਚ ਜਿਹੜੀ ਬੜੀ ਸ਼ੋਭਾ ਪਾਉਂਦੀ, ਜੋ ਸਮੁੰਦਰ ਨਿਕਲਣ ਦੇ ਵਿੱਚ 14 ਰਤਨਾਂ 'ਚ ਨਿਕਲੀ ਸੀ। ਕੰਬ ਗਰੀਬ ਤ੍ਰੈ ਰੇਖ ਬਿਜਾਰਤ। ਤੇ ਇਸ ਪ੍ਰਕਾਰ ਗਰੀਬ ਜੋ ਗਰਦਨ ਹੈ, ਕੰਬ ਜਿਵੇਂ ਸ਼ੰਖ ਹੁੰਦਾ ਹੈ, ਤੇ ਉਹਦੇ ਵਿੱਚ ਵੀ 3 ਰੇਖਾ ਜਿਹੜੀਆਂ ਦਿਸਦੀਆਂ ਹਨ। ਬਦਨ ਬਿਲੋਕ ਚੰਦਰਮਾ ਲਾਜਤ। ਮੇਰੇ ਸਤਿਗੁਰੂ ਪਾਤਸ਼ਾਹ ਜੀ ਦਾ ਜੋ ਚੰਦਰਮਾ ਦੀ ਸ਼ੋਭਾ ਹੈ, ਕ੍ਰਾਂਤੀ ਹੈ, ਉਸ ਨੂੰ ਵੇਖ ਕਰਕੇ ਚੰਦਰਮਾ ਵੀ ਜਿਹੜਾ ਹੈ ਸ਼ਰਮਿੰਦਾ ਹੁੰਦਾ ਕਿ ਐਸੀ ਸ਼ੋਭਾ ਨਹੀਂ ਹੈ ਉਸ ਦੀ। ਚਿਬਕ ਚਾਰ ਮੁਸਕਾਇਨ ਕੋ ਪੋਲਾ। ਮੇਰੇ ਸਤਿਗੁਰੂ ਪਾਏ ਸੋਹਣੀ ਠੋਡੀ ਹੈ। ਮੇਰੇ ਪਾਤਸ਼ਾਹ ਦੀਆਂ ਗੱਲਾਂ ਐਸੀਆਂ ਸੁੰਦਰ ਨੇ, ਮਹਾਰਾਜ ਜਿਸ ਵੇਲੇ ਮੁਸਕਰਾਉਂਦੇ ਨੇ ਬੜੀ ਸ਼ੋਭਾ ਬਣਦੀ ਹੈ। ਆਸ ਮ੍ਰਿਦਲ ਸ਼ਬ ਹੋਤ ਅਮੋਲਾ। ਜਦੋਂ ਹੱਸਦੇ ਨੇ ਹੌਲੀ ਹੌਲੀ, ਬਹੁਤ ਭਾਰੀ ਛਵੀ ਜਿਹੜੀ ਹੈ ਛਾਉਂਦੀ ਹੈ। ਚਮਕ ਦਸਨ ਕੀ ਰੁਚਰ ਬਿਰਾਜੀ। ਮੇਰੇ ਸਤਿਗੁਰਾਂ ਦੇ ਇਸ ਪ੍ਰਕਾਰ ਉਸ ਸਰੂਪ ਵਿੱਚ ਦੰਦਾਂ ਦੀ ਚਮਕ ਜਿਹੜੀ ਹੈ ਬਹੁਤ ਹੀ ਸੁੰਦਰ ਬਿਰਾਜਮਾਨ ਹੈ। ਸੰਪਟ ਬ੍ਰਿਧਮ ਹੀਰਨ ਰਾਜੀ। ਤੇ ਇਉਂ ਹੈ ਜਿਵੇਂ ਗੁੱਲੀਆਂ ਇਸ ਪ੍ਰਕਾਰ ਰਤਨਾਂ ਵਿੱਚ ਗਿਣਿਆ ਜਾਂਦਾ ਹੈ। ਇਸ ਪ੍ਰਕਾਰ ਲਾਲ ਰੰਗ ਹੁੰਦਾ ਇਸ ਦਾ, ਇਸ ਨੂੰ ਮੂੰਗਾ ਵੀ ਕਹਿੰਦੇ ਤੇ ਗੁੱਲੀਆਂ ਵੀ ਕਹਿੰਦੇ ਨੇ। ਜਿਵੇਂ ਲਾਲ ਰੰਗ ਦੇ ਮੂੰਗੇ ਦੇ ਡੱਬੇ ਦੇ ਵਿੱਚ ਸੋ ਹੀਰੇ ਚਿੱਟੇ ਜਿਹੜੇ ਨੇ ਉਹ ਉਹਦੇ ਵਿੱਚ ਟਕਾਏ ਹੋਣ, ਇਉਂ ਸਤਿਗੁਰੂ ਪਾਤਸ਼ਾਹ ਹੋਠ ਤੇ ਲਾਲ ਲਾਲ ਨੇ, ਵਿਦਰਮ ਮੂੰਗਿਆਂ ਵਰਗੇ, ਅਤੇ ਜਿਹੜੇ ਦੰਦ ਨੇ ਮਹਾਰਾਜ ਦੇ ਹੀਰਿਆਂ ਵਰਗੇ ਚਮਕਦੇ ਹਨ। ਉਨਤ ਨਾਸਕਾ ਕਾਨਣ ਕੁੰਡਲ। ਮੇਰੇ ਸਤਿਗੁਰੂ ਜੀ ਦੀਆਂ ਨਾਸਕਾ, ਨੱਕ ਜਿਹੜਾ ਹੈ ਉੱਚਾ ਹੈ, ਸੁੰਦਰ ਤਿੱਖਾ ਹੈ। ਇਸ ਪ੍ਰਕਾਰ ਤੇ ਕਹਿੰਦੇ ਤੁੰਗਲ ਕੰਨਾਂ ਰੂਪ ਬਿਆਨ ਹੋ। ਸੁਖਦਾ ਅਤ ਸੁਖ ਮੰਡਲ। ਤੇ ਸੁਖ ਦੇਣ ਵਾਲੀ ਸ਼ੋਭਾ ਹੈ। ਮੁਖ ਮੰਡਲ ਮਹਾਰਾਜ ਦਾ ਇਉਂ ਸੋਹਣਾ ਸੁੰਦਰ ਨੂਰ ਵਾਲਾ ਹੈ। ਮਨੋ ਕਮਲ ਦਲ ਸੁੰਦਰ ਲੋਚਨ। ਨੇਤਰ ਇਉਂ ਨੇ ਜਿਵੇਂ ਕਮਲ ਦੀਆਂ ਸੁੰਦਰ ਪੰਖੜੀਆਂ ਹੁਣ ਸੋਹਣੀਆਂ ਕੋਮਲ ਤੇ ਲਾਲ। ਕਿਰਪਾ ਭਰੇ ਚਿਤਵਨ ਦੁਖ ਮੋਚਨ। ਮੇਰੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਤੱਕਦੇ ਨੇ, ਦੁੱਖਾਂ ਨੂੰ ਕੱਟ ਦੇਣ ਵਾਲੇ ਹਨ। ਧਨ ਪ੍ਰਿਖ ਕੁਟੇ ਮਸਤਕ ਚਾਰੂ। ਮੇਰੇ ਸਤਿਗੁਰੂ ਪਾਤਸ਼ਾਹ ਜੀ ਦੀ ਪ੍ਰਵੱਟੇ ਜਿਹੜੇ ਨੇ ਧਨਖ ਵਰਗੇ ਨੇ। ਇਸ ਪ੍ਰਕਾਰ ਲੋਚਨ ਬੜੇ ਸੁੰਦਰ ਹਨ, ਨੇਤਰ। ਸ੍ਰੀ ਕਰੀਟ ਜਹ ਪ੍ਰਭਾ ਅਪਾਰੂ। ਮੇਰੇ ਸਤਿਗੁਰੂ ਪਾਤਸ਼ਾਹ ਜੀ ਦੀ ਬੜੀ ਭਾਰੀ ਸ਼ੋਭਾ ਹੈ। ਜਿਹੜਾ ਸੀਸ ਦੇ ਉੱਤੇ ਇਸ ਪਰ ਕਰੀਟ ਮੁਕਟ ਛਾ ਰਿਹਾ ਹੈ,
ਸ਼੍ਰੀ ਲక్ష్ਮੀ ਆਦਿਕ ਜੋ ਹੈ ਸ਼ਿਆਮ ਬਰਨ ਜਲ ਧਰ ਕੀ ਨਿਆਈ। ਤੇ ਜਿਹੜਾ ਰੰਗ ਹੈ ਸ਼ਿਆਮ ਵਰਣ, ਜਿਵੇਂ ਕਾਲੀ ਘਟਾ ਬੱਦਲ ਦੀ ਹੁੰਦੀ ਹੈ, ਇਸ ਦਾ ਇਉਂ ਸ਼ਿਵ ਜੀ ਦਾ ਰੂਪ ਉਹਦੇ ਤੇ ਆਪਣਾ ਹੈ ਵੀ ਬਹੁਤ ਚਿੱਟਾ ਹੈ। ਤੋ ਕਹਿੰਦੇ ਨੇ ਇਸ ਪ੍ਰਕਾਰ, ਸੋ ਕਵੀ ਜੀ ਨੇ ਬਿਆਨ ਕੀਤਾ ਸੀ ਕਿ ਜਿਸ ਤਰੀਕੇ ਦੇ ਨਾਲ ਗੁਰੂ ਧਾਰਨ ਦੀ ਮਰਜ਼ਾਦਾ ਹੈ, ਕਹਿੰਦੇ ਜਦੋਂ ਵਾਹਿਗੁਰੂ ਪਰਮੇਸ਼ਵਰ ਨੇ ਰਚਨਾ ਕਰਕੇ ਮਾਇਆ ਦੀ ਇਹ ਤਿੰਨੇ ਰਚ ਦਿੱਤੇ, ਸੋ ਇਸ ਪ੍ਰਕਾਰ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਰਚੇ। ਫਿਰ ਕਹਿੰਦੇ ਇਹਨਾਂ ਸੋਚਿਆ ਵੀ ਆਪਾਂ ਗੁਰੂ ਕਿਹਨੂੰ ਧਾਰੀਏ। ਤੋ ਕਹਿੰਦੇ ਸ਼ਿਵ ਜੀ ਨੇ ਤੇ ਵਿਸ਼ਨੂੰ ਨੇ ਆਪੋ ਵਿੱਚ ਫਿਰ ਕਹਿੰਦੇ ਧਿਆਨ ਜੋੜਨਾ ਸ਼ੁਰੂ ਕੀਤਾ ਇੱਕ ਦੂਜੇ ਦਾ। ਇਹਨਾਂ ਦੇ ਰੂਪ ਵਟ ਗਏ। ਜਿਹੜਾ ਵਿਸ਼ਨੂੰ ਦਾ ਚਿੱਟਾ ਰੂਪ ਸੀ ਕਹਿੰਦੇ ਨੇ ਉਹ ਸ਼ਿਵ ਜੀ ਦਾ ਹੋ ਗਿਆ, ਸ਼ਿਵ ਜੀ ਦਾ ਸ਼ਿਆਮ ਰੂਪ ਜਿਹੜਾ ਸੀ ਵਿਸ਼ਨੂੰ ਦਾ ਹੋ ਗਿਆ। ਇਉਂ ਬਿਆਨ ਕੀਤਾ ਜਾ ਰਿਹਾ ਹੈ। ਬਸਨ ਪੀਤ ਜਨ ਛਟਾ ਸੁਹਾਈ। ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਜੋ ਬਸਤਰ ਗਲ 'ਚ ਪਾਇਆ ਪੀਲਾ ਇਉਂ ਹੈ ਜਿਸ ਤਰੀਕੇ ਨਾਲ ਬਿਜਲੀ ਚਮਕਦੀ ਹੈ, ਐਸਾ ਚਮਕ ਵਾਲਾ ਸੁੰਦਰ ਪੀਲੇ ਰੰਗ ਦਾ ਬਸਤਰ ਹੈ ਧਾਰਨ ਕੀਤਾ ਹੋਇਆ। ਆਪਣਾ ਪਲਟ ਸਰੂਪ ਕਿਰਪਾਲਾ। ਮੇਰੇ ਕਿਰਪਾਲੂ ਸਤਿਗੁਰੂ ਜੀ ਨੇ ਕਹਿੰਦੇ ਸਰੂਪ ਬਦਲਿਆ ਹੈ, ਪਲਟ ਲਿਆ ਹੈ। ਚੜੇ ਬਿਵਾਨ ਉਪਰ ਤਤਕਾਲਾ। ਐਸਾ ਜਿਹੜਾ ਸੁੰਦਰ ਬਿਵਾਨ ਆਇਆ ਸੀ ਮੇਰੇ ਸਤਿਗੁਰੂ ਪਾਤਸ਼ਾਹ ਐਸੇ ਸੁੰਦਰ ਸਰੂਪ ਦੀ ਸ਼ੋਭਾ ਪਾਉਣ ਵਾਲੇ ਉਸ ਬਿਵਾਨ ਵਿੱਚ ਸਵਾਰ ਹੋਏ ਹਨ। ਤੇਸ਼ਨ ਦੋਨੋਂ ਸੁਤ ਚਲ ਆਏ। ਤੇ ਇੱਧਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤਾਂ ਬਿਵਾਨ ਤੇ ਸਵਾਰ ਹੋ ਗਏ ਨੇ ਸੱਚਖੰਡ ਨੂੰ ਜਾਣ ਲਈ ਦੂਜਾ ਰੂਪ ਧਾਰ ਕੇ। ਇੱਧਰੋਂ ਸ੍ਰੀ ਚੰਦ ਲక్ష్ਮੀ ਦਾਸ ਜਿਹੜੇ ਹਨ ਉਹ ਦਰਸ਼ਨ ਕਰਨ ਵਾਸਤੇ ਪਹੁੰਚੇ ਗੁਰੂ ਦੇ ਚਰਨਾਂ ਵਿੱਚ। ਸੁਣਤ ਰੌਰ ਹਿਰਦੇ ਬਿਸਮਾਏ। ਜਿਸ ਵੇਲੇ ਇਹਨਾਂ ਨੇ ਸ੍ਰੀ ਚੰਦ ਹੋਣਾ ਨੇ ਸੋ ਰੌਲਾ ਸੁਣਿਆ ਸੰਗਤਾਂ ਦਾ, ਇਹ ਬਰਾਗਮਈ ਜਿਸ ਵੇਲੇ ਇਉਂ ਆਵਾਜ਼ਾਂ ਸੁਣੀਆਂ ਇਹਨਾਂ ਨੇ ਤਾਂ ਬੜਾ ਭਾਰੀ ਦੁੱਖ ਹੋਇਆ ਇਹਨਾਂ ਨੂੰ। ਪੀਰ ਅਦਕ ਜਾਵਣ ਮਗ ਨਾਹੀ। ਤੇ ਇਤਨੀ ਭੀੜ ਜੁੜੀ ਹੋਈ ਹੈ ਸੰਗਤਾਂ ਦੀ, ਗੁਰੂ ਸਾਹਿਬਾਂ ਦੇ ਕੋਲ ਜਾਣ ਤੱਕ ਬਹੁਤ ਮੁਸ਼ਕਲ ਹੈ ਇਹਨਾਂ ਨੂੰ। ਦੁਸ਼ਤਰ ਹਵੈ ਪਹੁੰਚੇ ਪ੍ਰਭ ਪਾਹੀ। ਬੜੀ ਮੁਸ਼ਕਲ ਦੇ ਨਾਲ ਸੰਗਤਾਂ ਦੇ ਵਿੱਚ ਦੀ ਮਸਾਂ ਗੁਰੂ ਸਾਹਿਬ ਦੇ ਕੋਲ ਪਹੁੰਚੇ ਹਨ। ਦੇਖ ਸੁਲੱਖਣੀ ਸੁਤ ਸੋ ਭਾਖੀ। ਆਪਣੇ ਸੁਪੁੱਤਰਾਂ ਨੂੰ ਦੇਖ ਕਰਕੇ ਮਾਤਾ ਸੁਲੱਖਣੀ ਜੀ ਨੇ ਉਹ ਬਚਨ ਕੀਤਾ ਹੈ, ਪੂਰਬ ਕਿਉ ਨਾ ਆਏ ਅਸਕਾਂਖੀ। ਜੇ ਤੁਹਾਡੇ ਮਨ 'ਚ ਐਸੀ ਕਾਂਖੀ ਇੱਛਾ ਸੀ ਦਰਸ਼ਨਾਂ ਦੀ ਤੇ ਪਹਿਲਾਂ ਕਿਉਂ ਨਹੀਂ ਆਏ ਤੁਸੀਂ। ਰਹਿ ਬੁਲਾਏ ਪਠੈ ਦਵੈ ਬਾਰੀ। 2 ਵਾਰ ਤੁਹਾਨੂੰ ਅਸੀਂ ਸੁਨੇਹੇ ਭੇਜੇ ਨੇ ਤੇ ਤੁਸੀਂ ਆਏ ਨਹੀਂ ਹੋ। ਆਏ ਨਹੀਂ ਨਾਨੀਕ ਵਿਚਾਰੇ। ਤੁਸੀਂ ਚੰਗੀ ਵਿਚਾਰ ਨਹੀਂ ਕੀਤੀ ਜੋ ਪਹਿਲਾਂ ਨਹੀਂ ਆਏ ਚੱਲ ਕੇ। ਇਸੇ ਆਏ ਰਹੋ ਪਛਤਾਏ। ਤੇ ਹੁਣ ਆਏ ਹੋ ਪਿੱਛੋਂ ਜਦੋਂ ਸਤਿਗੁਰੂ ਜੀ ਸੱਚਖੰਡ ਚਲੇ ਗਏ, ਹੁਣ ਪਛਤਾਉਂਦੇ ਰਹੋਗੇ ਤੁਸੀਂ। ਅਬ ਤੋ ਗਏ ਸਮਾਏ ਗੁਸਾਈ। ਗੁਸਾਈ ਸਵਾਮੀ ਸਤਿਗੁਰੂ ਪਾਤਸ਼ਾਹ ਤਾਂ ਸਮਾ ਗਏ ਹਨ, ਸੋ ਇਸ ਪ੍ਰਕਾਰ ਚੜ੍ਹਾਈ ਕਰ ਗਏ ਹਨ। ਸ੍ਰੀ ਚੰਦ ਸੁਣ ਲక్ష్ਮੀ ਦਾਸ। ਲక్ష్ਮੀ ਦਾਸ ਜੀ ਸ੍ਰੀ ਚੰਦ ਜੀ ਦੋਨੋਂ ਸਾਹਿਬਜ਼ਾਦੇ ਵਿਸਮੈ ਹਵੈ ਭਏ ਦਰਸ਼ ਨਿਰਾਸ਼। ਤੋ ਮਹਾਰਾਜ ਦਾ ਇਹ ਕੌਤਕ ਦੇਖ ਕੇ ਬਹੁਤ ਨਿਰਾਸ਼ ਹੋ ਗਏ ਤੇ ਹੈਰਾਨ ਵੀ ਹੋਏ ਹਨ। ਆਪਣੋ ਦੋਸ਼ ਜਾਣ ਪਛਤਾਏ। ਹੁਣ ਇਹਨਾਂ ਨੂੰ ਮਹਿਸੂਸ ਹੋਇਆ ਵੀ ਸਾਡਾ ਦੋਸ਼ ਹੈ। ਅਸੀਂ ਸਮਝਦੇ ਸੀ ਵੀ ਆਮ ਮਨੁੱਖ ਜਿਵੇਂ ਹੁੰਦਾ ਹੈ ਤੇ ਇਸ ਤਰੀਕੇ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਸਰੀਰ ਤਿਆਗਣਗੇ, ਪਰ ਸਾਨੂੰ ਕੀ ਪਤਾ ਸੀ ਮਹਾਰਾਜ ਸੱਚੇ ਚੰਗੇ ਭਲੇ ਇਸ ਤਰ੍ਹਾਂ ਦੱਸ ਕੇ ਚਲੇ ਜਾਣਗੇ। ਇਹਨਾਂ ਨੂੰ ਹੁਣ ਇਸ ਪ੍ਰਕਾਰ ਇਹ ਅਹਿਸਾਸ ਹੋਇਆ ਹੈ। ਕਾਵ ਸੰਤੋਖ ਸਿੰਘ ਸ਼ਰਧਾ ਪਾਏ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਇਸ ਪ੍ਰਕਾਰ, ਸੋ ਸ਼ਰਧਾ ਪ੍ਰਾਪਤ ਕਰਦੇ ਹਾਂ ਇਸ ਤਰੀਕੇ ਦੇ ਨਾਲ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਕਿਰਪਾ ਦਾ ਸਦਕਾ ਇਹਨਾਂ ਨੂੰ ਫਿਰ ਸ਼ਰਧਾ ਹੋਈ ਹੈ। ਦੋਹਰਾ ਦੀਪਕ ਸਤਿਗੁਰ ਸ਼ਬਦ ਕਰ। ਅਗਲਾ ਪ੍ਰਸੰਗ ਆਰੰਭ ਕਰਦੇ ਹੋਏ ਮੰਗਲਾਚਾਰ ਕਰਦੇ ਹਨ। ਸੋ ਕਵੀ ਜੀ ਕਹਿ ਰਹੇ ਨੇ ਕਿ ਭਾਈ ਇਸ ਤਰੀਕੇ ਦੇ ਨਾਲ ਧੰਨ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਬਦ ਜਿਹੜਾ ਇਹਨੂੰ ਦੀਵਾ ਬਣਾਓ ਆਪਣੇ ਹਿਰਦੇ ਵਿੱਚ। ਸਦਨ ਦੇ ਮਹਿ ਬਾਹਰ। ਹਿਰਦੇ ਰੂਪ ਘਰ ਦੇ ਵਿੱਚ ਗੁਰੂ ਦੇ ਸ਼ਬਦ ਦਾ ਦੀਵਾ ਜਗਾਓ। ਤਮ ਅਗਿਆਨ ਨਿਵਾਰ ਕੈ। ਜਿਹੜਾ ਅਗਿਆਨ ਦਾ ਹਨੇਰਾ ਹਿਰਦੇ ਵਿੱਚ ਹੈ ਇਸ ਨੂੰ ਨਿਵਰਤ ਕਰਕੇ ਦੂਰ ਕਰਕੇ। ਸਾਰ ਅਸਾਰ ਵਿਚਾਰ। ਸਾਰ ਤੇ ਅਸਾਰ, ਸੱਚ ਤੇ ਝੂਠ, ਯਥਾਰਥ ਅਯਥਾਰਥ ਜੋ ਹੈ ਉਸ ਦੀ ਵਿਚਾਰ ਪ੍ਰਾਪਤ ਕਰੋ। ਚਉਪਈ ਸ੍ਰੀ ਚੰਦ ਤਬ ਲక్ష్ਮੀ ਦਾਸ। ਸ੍ਰੀ ਚੰਦ ਜੀ ਲక్ష్ਮੀ ਦਾਸ ਜੀ ਆਏ ਹਨ ਗੁਰੂ ਚਰਨਾਂ ਵਿੱਚ ਜਦੋਂ ਇਸ ਵੇਲੇ। ਕਿਤੇ ਆਗੇ ਕੀਨੀ ਅਰਦਾਸ। ਤਾਂ ਇਹਨਾਂ ਨੇ ਸੋ ਵੈਰਾਗਵਾਨ ਹੋ ਕਰਕੇ
ਤੇ ਇਸ ਤਰੀਕੇ ਨਾਲ ਫਿਰ ਗੁਰੂ ਚਰਨਾਂ 'ਚ ਅਰਦਾਸ ਕੀਤੀ ਹੈ, ਜੋੜ ਕੇ ਮਹਾਰਾਜ ਦੇ ਚਰਨਾਂ ਵਿੱਚ ਹੱਥ ਬੰਦ ਦੋਨੋਂ ਹਵੇ ਠਾਂਡੇ, ਹੱਥ ਜੋੜ ਕੇ ਖੜੇ ਹੋ ਕੇ ਗੁਰੂ ਚਰਨਾਂ ਵਿੱਚ ਹਿਰਦੇ ਮੈਂ ਸਰਦਾ ਯਤ ਬਾਡੇ। ਹੁਣ ਮਨ ਵਿੱਚ ਸ਼ਰਧਾ ਬਣੀ, ਪਹਿਲਾਂ ਨਹੀਂ ਸੀ। ਹੁਣ ਮੇਰੇ ਸਤਿਗੁਰੂ ਦੇ ਚਰਨਾਂ ਵਿੱਚ ਸ਼ਰਧਾ ਸੰਯੁਕਤ ਹੋ ਕੇ ਅਰਦਾਸ ਕੀਤੀ ਹੈ ਇਹਨਾਂ ਦੋਨਾਂ ਸਾਹਿਬਜ਼ਾਦਿਆਂ ਨੇ। ਇਹ ਜਗਤੀਸ਼ ਸਰਬ ਸੁਖਦਾਨੀ, ਹੇ ਜਗਤ ਦੇ ਈਸ਼ਵਰ, ਸਾਰੇ ਹੀ ਸੁੱਖਾਂ ਦੀ ਦਾਤ ਦੇਣ ਵਾਲੇ ਸਤਿਗੁਰੂ ਜੀ। ਇਹ ਸਰਬੱਗ ਸਰਬ ਗੁਣ ਖਾਨੀ, ਸਾਰੇ ਗੁਣਾਂ ਦੀ ਖਾਨ ਖਜ਼ਾਨਾ ਰੂਪ, ਸਭ ਦੇ ਗਿਆਤੇ ਸਤਿਗੁਰੂ ਜੀਓ। ਸਭ ਬਿਦ ਪੂਰਨ ਹੋ ਸਮਰਥਾ, ਇਹ ਮਹਾਰਾਜ ਤੁਸੀਂ ਸਾਰੇ ਹੀ ਤਰੀਕਿਆਂ ਦੇ ਨਾਲ ਸਮਰੱਥ ਹੋ, ਪੂਰਨ ਹੋ ਸਤਿਗੁਰੂ ਜੀ। ਰਾਉਰ ਕੇ ਗੁਣ ਅਕੈ ਅਕਥਾ, ਤੁਹਾਡੇ ਗੁਣ ਜਿਹੜੇ ਨੇ ਮਹਾਰਾਜ ਕਹਿਣ ਤੋਂ ਤੇ ਇਸ ਪ੍ਰਕਾਰ ਕਥਨ ਤੋਂ ਰਹਿਤ ਹਨ ਮਹਾਰਾਜ। ਅਪਰ ਨਰਨ ਸੇ ਤੁਮਕੋ ਮਾਨਤ, ਅਸੀਂ ਤਾਂ ਮਹਾਰਾਜ ਹੁਣ ਤੱਕ ਆਮ ਲੋਕਾਂ ਦੀ ਨਿਆਈ ਅਸੀਂ ਪਿਤਾ ਜੀ ਕਰਕੇ ਸਮਝਦੇ ਰਹੇ। ਜਗ ਕਰਤਾ ਇਹ ਭੇਦ ਨਾ ਜਾਣਤ, ਤੇ ਅਸੀਂ ਇਹ ਭੇਦ ਨਹੀਂ ਜਾਣਿਆ ਕਿ ਤੁਸੀਂ ਸਾਰੇ ਹੀ ਜਗਤ ਦੇ ਕਰਤਾ ਰੂਪ ਹੋ। ਇਹ ਨਹੀਂ ਭੇਦ ਆਇਆ ਸਾਨੂੰ। ਅਬੈ ਪ੍ਰਤੀਤ ਤੁਮਾਰੀ ਆਈ, ਇਹ ਮਹਾਰਾਜ ਹੁਣ ਸਾਨੂੰ ਭਰੋਸਾ ਹੋਇਆ ਤੁਸੀਂ ਤੇ ਸਾਰੇ ਹੀ ਜਗਤ ਦੇ ਮਾਲਕ ਹੋ, ਰਚਨਹਾਰ ਹੋ, ਵਿਨਾਸ਼ ਕਰਨ ਵਾਲੇ ਸਮਰੱਥ ਹੋ। ਤ੍ਰੈ ਲੋਕੀਪਤ ਸੰਕਨਾ ਰਾਈ, ਹੁਣ ਰਾਈ ਮਾਤਰ ਵੀ ਸ਼ੰਕਾ ਨਹੀਂ ਮਨ ਵਿੱਚ, ਤਿੰਨਾਂ ਹੀ ਲੋਕਾਂ ਦੇ ਪਤੀ ਮਾਲਕ ਹੋ ਸਵਾਮੀ ਜੀ। ਬਿਨਾ ਮਿਲੇ ਅਬ ਆਪ ਸਮਾਏ, ਪਰ ਮਹਾਰਾਜ ਸਾਨੂੰ ਮਿਲਣ ਤੋਂ ਬਿਨਾਂ ਹੀ ਆਪ ਜੀ ਸਮਾ ਗਏ, ਸੱਚਖੰਡ ਚਲੇ ਗਏ ਹੋ। ਹਮ ਰਹਿੰਦੇ ਹਿਰਦੇ ਪਛਤਾਏ, ਅਸੀਂ ਮਹਾਰਾਜ ਹੁਣ ਹਿਰਦੇ ਵਿੱਚ ਪਛਤਾਉਂਦੇ ਰਹਿ ਗਏ ਹਾਂ। ਅਬੈ ਬਧੀ ਅਬਲਾਖ ਵਿਸਾਲਾ, ਹੁਣ ਸਾਡੇ ਮਨ ਵਿੱਚ ਭਾਰੀ ਇੱਛਾ ਅਭਿਲਾਸ਼ਾ ਵਧੀ ਹੈ ਜੀ, ਕਿਰਪਾ ਕਰੋ। ਦਰਸ ਆਪ ਕਾ ਕਰਨ ਕਿਰਪਾਲਾ, हे ਮਹਾਰਾਜ ਤੁਹਾਡੇ ਦਰਸ਼ਨ ਕਰਨ ਦੀ ਇਹ ਕਿਰਪਾਲੂ ਸਰੂਪ ਜੀ ਭਾਰੀ ਇੱਛਾ ਮਨ ਵਿੱਚ ਵਧੀ ਹੈ, ਕਿਰਪਾ ਕਰੋ। ਸੁਨ ਕੈ ਬਿਨੈ ਪ੍ਰੀਸ਼ਦਹੁ ਤਾਤਾ, ਇਸ ਪ੍ਰਕਾਰ ਧੰਨ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜਿਸ ਵੇਲੇ ਆਪਣੇ ਸਾਹਿਬਜ਼ਾਦਿਆਂ ਦੀ ਅਰਦਾਸ ਇਉਂ ਮੇਰੇ ਸਤਿਗੁਰੂ ਨੇ ਸਰਵਣ ਕੀਤੀ ਸੁਣੀ ਹੈ ਤਾਂ ਸਿਮਾ ਕਰੋ ਭੂਲੇ ਪਛਤਾਤਾ, ਇਸ ਪ੍ਰਕਾਰ ਬੇਨਤੀਆਂ ਕਰਦੇ ਨੇ ਮਹਾਰਾਜ ਅਸੀਂ ਭੁੱਲ ਗਏ ਹਾਂ, ਸਾਨੂੰ ਖਿਮਾ ਕਰ ਦਿਓ। ਤੁਮਕੋ ਸ੍ਰੀ ਕਰਤਾਰ ਦੁਹਾਈ, हे ਮਹਾਰਾਜ ਤੁਹਾਨੂੰ ਰੱਬ ਦਾ ਵਾਸਤਾ। ਹੁਣ ਇਹਨਾਂ ਨੇ ਰੱਬ ਦਾ ਵਾਸਤਾ ਪਾਇਆ ਹੈ ਸਾਹਿਬ ਗੁਰੂ ਨਾਨਕ ਦੇ ਚਰਨਾਂ ਵਿੱਚ। ਮਹਾਰਾਜ ਕਿਰਪਾ ਕਰੋ ਹੁਣ। ਬੋਲੇ ਮਿਲੇ ਬਿਨਾ ਜੇ ਜਾਈ, ਜੇ ਤੁਸੀਂ ਮਹਾਰਾਜ ਸਾਨੂੰ ਮਿਲਣ ਤੋਂ ਬਿਨਾਂ ਸਾਡੇ ਨਾਲ ਕੋਈ ਬਚਨ ਕੀਤੇ ਤੋਂ ਬਿਨਾਂ ਗਏ ਹੋ ਤੇ ਸਾਨੂੰ ਕਰਤਾਰ ਦੀ ਰੱਬ ਦੀ ਦੁਹਾਈ ਆ, ਕਿਰਪਾ ਕਰਕੇ ਦਰਸ਼ਨ ਦਿਓ ਇੱਕ ਵਾਰਾਂ। ਪੂਰਬ ਜਿਉ ਦਵੈ ਘਟਕਾ ਔਰੀ, ਤੇ ਜਿਸ ਤਰ੍ਹਾਂ ਪਹਿਲਾਂ ਤੁਸੀਂ ਮਹਾਰਾਜ ਦਰਸ਼ਨ ਬਖਸ਼ਿਸ਼ ਕੀਤੇ ਸੰਗਤਾਂ ਨੂੰ, ਦੋ ਘੜੀਆਂ ਹੋਰ ਸਾਨੂੰ ਮਹਾਰਾਜ ਦਰਸ਼ਨ ਦਿਓ, ਸਾਡੇ ਵਾਸਤੇ ਤੁਸੀਂ ਦਰਸ਼ਨ ਦਿਓ ਜੀ। ਹਮ ਸੋ ਬੋਲੋ ਮਿਲੋ ਬਹੋਰੀ, ਫਿਰ ਮਹਾਰਾਜ ਕਿਰਪਾ ਕਰੋ ਸਾਡੇ ਨਾਲ ਮਿਲੋ, ਸਾਡੇ ਨਾਲ ਮਹਾਰਾਜ ਮੁੜ ਕੇ ਫਿਰ ਬੋਲ ਬਚਨ ਬਲਾਸ ਕਰੋ। ਆਸੇ ਅਰਦਾਸ ਕੀਨ ਜਬ ਦੋਈ, ਦੋਨਾਂ ਭਰਾਵਾਂ ਨੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੂੰ ਪਰਮੇਸ਼ਰ ਰੂਪ ਜਾਣ ਕੇ ਅਰਦਾਸ ਕੀਤੀ ਹੈ ਤਾਂ ਚੌਦਸ ਭੀਰ ਅਦਕ ਤਬ ਹੋਈ, ਤੇ ਭਾਈ ਹੁਣ ਸਾਰੀਆਂ ਸੰਗਤਾਂ ਦੀ ਫਿਰ ਭੀੜ ਜੁੜ ਗਈ ਆ ਵੀ ਦੇਖੋ ਮਹਾਰਾਜ ਦੇ ਸਾਹਿਬਜ਼ਾਦੇ ਭਾਈ ਅਰਦਾਸ ਕਰ ਰਹੇ ਨੇ, ਦੇਖੋ ਗੁਰੂ ਸਾਹਿਬ ਕੀ ਕਰਦੇ ਹਨ। ਇਹ ਸੁਲੱਖਣੀ ਚਰਨਨ ਪਾਸੂ, ਉਧਰ ਮਾਤਾ ਸੁਲੱਖਣੀ ਜੀ ਸਤਿਗੁਰਾਂ ਦੇ ਚਰਨਾਂ ਕੋਲ ਬੈਠੇ ਹੋਏ ਨੇ। ਲੋਚਣ ਤੇ ਗੇਰਤ ਬਹੁ ਆਸੂ, ਤੋ ਨੇਤਰਾਂ ਦੇ ਵਿੱਚੋਂ ਵੈਰਾਗ ਦਾ ਜਲ ਚੱਲ ਰਿਹਾ ਹੈ। ਭੂਪਤ ਸਾਹਿਬ ਰਿਪ ਸਿੱਖ ਬਿੰਦਾ, ਇਸ ਪ੍ਰਕਾਰ ਸਾਰੇ ਹੀ ਜਿਹੜੇ ਗੁਰਸਿੱਖ ਨੇ ਇਸ ਪ੍ਰਕਾਰ ਤੇ ਇਸ ਤਰੀਕੇ ਦੇ ਨਾਲ ਕੋਈ ਰਾਜੇ, ਕੋਈ ਸ਼ਾਹੂਕਾਰ, ਕੋਈ ਬ੍ਰਾਹਮਣ ਸਨ ਭਾਵੇਂ ਜਾਂ ਸਿੱਖ ਸਨ, ਬਹੁਤ ਸਾਰੇ ਜੁੜੇ ਬੈਠੇ ਹਨ। ਸਤਨਾਮ ਸਿਮਰੈ ਸੁਖ ਕੰਦਾ, ਤੇ ਸੁੱਖਾਂ ਨੂੰ ਦੇਣ ਵਾਲਾ ਗੁਰੂ ਦਾ ਬਖਸ਼ਿਆ ਹੈ ਸਤਨਾਮ ਦਾ ਸਿਮਰਨ ਕਰਦੇ ਹਨ। ਠਾਂਡੇ ਬੰਦੇ ਹਾਥ ਸਮੀਪਾ, ਤੋ ਇਸ ਪ੍ਰਕਾਰ ਸੋ ਖੜੇ ਹੋ ਕਰਕੇ ਨੇੜੇ ਸਤਿਗੁਰਾਂ ਦੇ ਹੋ ਕੇ ਹੱਥ ਜੋੜ ਕੇ ਖੜੇ ਹਨ। ਸੁਣੀ ਬਿਨੈ ਬੇਦੀ ਕੁਲ ਦੀਪਾ, ਧੰਨ ਬੇਦੀ ਕੁਲ ਦੇ ਪ੍ਰਕਾਸ਼ਕ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਅਰਦਾਸ ਜਿਹੜੀ ਸਰਵਣ ਕੀਤੀ ਹੈ ਤਾਤਨ ਸੋ ਬੋਲਣ ਕੇ ਕਾਰਨ, ਆਪਣੇ ਸਾਹਿਬਜ਼ਾਦਿਆਂ ਦੇ ਨਾਲ ਬਚਨ ਕਰਨ ਵਾਸਤੇ। ਉਠ ਬੈਠੇ ਤਬ ਨਰਕ ਨਿਵਾਰਣ, ਨਰਕਾਂ ਨੂੰ ਨਿਵਰਤ ਕਰਨ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਉੱਠ ਕੇ ਬੈਠ ਗਏ ਹਨ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਇਹ ਕੌਤਕ ਕਰਕੇ ਮੇਰੇ ਸਤਿਗੁਰੂ ਸਹਿਨਸ਼ਾਹ ਪਿਤਾ ਜੀ ਨੇ ਇਹ ਸਾਨੂੰ ਭਰੋਸਾ ਦਿੱਤਾ ਹੈ ਕਿ ਸਦ ਹਜੂਰ ਹਾਜ਼ਰ ਹੈ, ਨਾਜ਼ਰ ਕਤੇ ਨਾ ਪਇਓ ਦੂਰਾ। ਮਹਾਰਾਜ ਸਤਿਗੁਰੂ ਜੀ ਉਤਨਾ ਜਿਹੜਾ ਖੇਲ ਕਰਨਾ ਸੀ ਸਰਗੁਣ ਦਾ ਕੀਤਾ ਹੈ, ਬਾਕੀ ਨਿਰਗੁਣ ਰੂਪ ਵਿੱਚ ਸਦਾ ਹਾਜ਼ਰ ਨਾਜ਼ਰ ਹਨ, ਆਪਣੇ ਪਿਆਰਿਆਂ ਦੇ ਸਹਾਈ ਹਨ। ਅਰਣ ਪ੍ਰਫੁੱਲਤ ਕਮਲ ਵਿਸ਼ਾਲਾ, ਹਨ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੇ
ਦੋਨੋਂ ਸੁੰਦਰ ਕਮਲ ਸਰੀਖੇ ਨੇਤਰ ਪ੍ਰਫੁੱਲਤ ਖਿੜੇ ਹਨ। ਬਦਨ ਸੁਹਾਵਤ ਅਸਤੇ ਕਾਲਾ। ਤਾਂ ਮੇਰੇ ਤੇ ਕਾਲਾ ਉਸ ਸਮੇਂ ਦੇ ਉੱਤੇ ਸੋਹਣਾ ਮਹਾਰਾਜ ਦਾ ਮੁਖ ਜਿਹੜਾ ਸ਼ੋਭਨੀਕ ਹੋਇਆ ਹੈ। ਦੇਖ ਅਚੰਭ ਭਏ ਨਰ ਨਾਰੇ। ਇਹ ਗੱਲ ਦੇਖ ਕਰਕੇ ਸਾਰੀ ਦੁਨੀਆ ਹੈਰਾਨ ਹੈ ਕਿ ਸਾਡੇ ਕੋਲ ਤਾਂ ਗੁਰੂ ਸਾਹਿਬ ਸੱਚਖੰਡ ਚਲੇ ਗਈ ਤੇ ਫਿਰ ਉੱਠ ਕੇ ਬੈਠ ਗਏ। ਹੁਣ ਇਹ ਤਾਂ ਸਾਰਾ ਕੋਈ ਕਰਤਾ ਹਰਤਾ ਮੇਰੇ ਗੁਰੂ ਨਾਨਕ ਦੇ ਹੱਥ ਵੱਸ ਹੈ। ਤਾਂ ਆਪ ਜੀ ਬਖਸ਼ਿਸ਼ ਕੀਤੀ ਹੈ, ਸਾਨੂੰ ਦ੍ਰਿੜਤਾ ਬਖਸ਼ਿਸ਼ ਕੀਤੀ, ਉੱਠ ਕੇ ਬੈਠੇ ਹਨ ਸਤਿਗੁਰੂ ਜੀ। ਚੌਦਸ ਜੈ ਜੈਕਾਰ ਉਚਾਰੀ। ਤਾਂ ਭਾਈ ਜਿਤਨੀਆਂ ਸੰਗਤਾਂ ਵੈਰਾਗ ਵੀ ਸਨ, ਸਭ ਚਿਹਰੇ ਖੁਸ਼ੀ ਨਾਲ ਖਿੜ ਗਏ ਹਨ, ਜੈ ਜੈਕਾਰ ਕਰਦੇ ਆ। ਠਾਂਡੇ ਦਵੈ ਤਾਤਨ ਕੋ ਦੇਖਾ। ਤਾਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੂੰ ਸੋ ਸਭ ਸੰਗਤਾਂ ਨੇ ਖੜੇ ਹੋ ਕਰਕੇ ਸੋ ਪਾਪਾਂ ਦੇ ਨਾਸ਼ ਕਰਤਾ ਸਤਿਗੁਰੂ ਦਰਸ਼ਨ ਕੀਤਾ ਹੈ। ਬੋਲੇ ਗੁਰ ਕਰ ਕਿਰਪਾ ਬਸੇਖਾ। ਮੇਰੇ ਸਤਿਗੁਰੂ ਪਾਤਸ਼ਾਹ ਜੀ ਮਹਾਨ ਕਿਰਪਾ ਕੀਤੀ ਤੇ ਬਚਨ ਕੀਤੇ ਬੋਲਦੇ ਨੇ। ਜਾਚਤ ਜੇ ਜੀਵਨ ਬਹੁ ਮੇਰਾ। ਹਜੂਰ ਪਾਤਸ਼ਾਹ ਕਹਿੰਦੇ ਸ੍ਰੀ ਚੰਦ ਲਖਮੀ ਦਾਸ, ਜੇ ਕਿਤੇ ਤੁਸੀਂ ਹੁਣ ਅਰਦਾਸ ਕਰਦੇ ਨਾ ਲੰਬੀ ਜੁਗਾਂ ਦੀ ਉਮਰ, ਤਾਂ ਕਹਿੰਦੇ ਉਹੀ ਹੋ ਜਾਣੀ ਸੀ। ਮਹਾਰਾਜ ਕਹਿੰਦੇ ਜੇ ਤੁਸੀਂ ਸਾਡੀ ਲੰਬੀ ਉਮਰ ਮੰਗ ਲੈਂਦੇ ਤੇ ਉਹ ਵੀ ਹੋ ਜਾਣੀ ਸੀ। ਸੋ ਪਾਵਤ ਅਬ ਹੁਤੀ ਨ ਦੇਰਾ। ਦੇਰ ਨਹੀਂ ਸੀ, ਉਹੀ ਪ੍ਰਾਪਤ ਹੋ ਜਾਣੀ ਸੀ। ਦਵੈ ਕਟਕਾ ਜਾਚੀ ਤੁਮ ਜੋਈ। ਪਰ ਤੁਸੀਂ ਭਾਵੇਂ ਹੁਣ ਅਰਦਾਸ ਕੀਤੀ ਆ 2 ਘੜੀਆਂ ਲਈ, ਨੈ ਅਧੀਨ ਤੁਮਰੇ ਕਛ ਸੋਈ। ਪਰ ਦੇਖੋ ਇਹ ਵੀ ਤੁਹਾਡੇ ਵੱਸ ਨਹੀਂ ਹੈ ਗੱਲ ਕੋਈ। ਇਸ ਵਾਸਤੇ ਨਿਰੰਕਾਰ ਭਾਵੀ ਜੋ ਆਹੀ। ਇਹ ਪਰਮੇਸ਼ਰ ਵਾਹਿਗੁਰੂ ਦੀ ਭਾਵੀ ਜੋ ਭਾਣਾ ਫਿਰ ਉਵੇਂ ਹੀ ਵਰਤਦਾ ਹੈ। ਤਾਂ ਤੁਸੀਂ 2 ਘੜੀਆਂ ਸਾਡਾ ਜਿਹੜਾ ਜੀਵਨ ਹੋਰ ਮੰਗਿਆ ਹੈ, ਸੋਈ ਹੋਤ ਮਿਟੈ ਕਬ ਨਾਹੀ। ਤੇ ਉਹੀ ਕੁਝ ਹੁੰਦਾ ਜੋ ਕਰਤਾਰ ਵਾਹਿਗੁਰੂ ਨੂੰ ਭਾਉਂਦਾ ਹੈ। ਅਬ ਜੋ ਹੈ ਤੁਮਰੇ ਮਨ ਮਾਹੀ। ਤੇ ਆਪ ਹੀ ਕਰਤਾਰ ਰੂਪ ਹਨ ਤੇ ਆਪ ਹੀ ਗੁਰੂ ਰੂਪ ਹੋ ਕੇ ਬਚਨ ਕਰਦੇ ਨੇ। ਤੋ ਕਹਿੰਦੇ ਜੋ ਤੁਹਾਡੇ ਮਨ ਵਿੱਚ ਹੈ ਹੁਣ ਦੱਸੋ। ਕਰੋ ਪ੍ਰਤੱਖ ਹਮਾਰੇ ਪਾਹੀ। ਜੋ ਮਨ ਵਿੱਚ ਗੱਲ ਹੈ ਹੁਣ ਪ੍ਰਗਟ ਕਰੋ ਸਾਡੇ ਸਾਹਮਣੇ, ਕੀ ਚਾਹੁੰਦੇ ਹੋ ਤੁਸੀਂ। ਪੂਰਬ ਰਹੇ ਬੁਲਾਏ ਨਾ ਆਏ। ਪਹਿਲਾਂ ਤੁਹਾਨੂੰ ਅਸੀਂ ਬੁਲਾਇਆ ਸੀ, ਤੁਸੀਂ ਆਏ ਨਹੀਂ ਸੀ। ਕਰੀ ਬਾਤ ਆਪਣ ਮਨ ਭਾਏ। ਤੁਸੀਂ ਪਹਿਲਾਂ ਕੀਤੀ ਮਨ ਦੀ ਗੱਲ, ਆਪਣੀ ਮਨਮਰਜ਼ੀ ਕੀਤੀ ਸੀ ਤੇ ਨਹੀਂ ਆਏ ਸੀ, ਅਸੀਂ ਆਪ ਬੁਲਾਇਆ ਸੀ। ਚਲੋ ਹੁਣ ਤੁਸੀਂ ਬੁਲਾਇਆ ਤੇ ਅਸੀਂ ਤਾਂ ਆ ਹੀ ਗਏ ਆ। ਚਿਤ ਛਿਨ ਸ੍ਰੀ ਚੰਦ ਕਰ ਬੰਦੇ। ਸ੍ਰੀ ਚੰਦ ਜੀ ਨੇ ਹੱਥ ਜੋੜ ਕਰਕੇ ਬੇਨਤੀ ਕੀਤੀ, ਸਾਧ ਸੰਗਤ ਇਹ ਜੋ ਮੇਰੇ ਸਾਹਿਬ ਗੁਰੂ ਨਾਨਕ ਸਾਹਿਬ ਨੇ ਕੌਤਕ ਵਰਤਾਇਆ ਹੈ, ਇਹ ਮੇਰੇ ਸਤਿਗੁਰੂ ਜੀ ਨੇ ਆਪਣੇ ਗੁਰਸਿੱਖਾਂ ਤੇ ਵੀ ਬਖਸ਼ਿਸ਼ਾਂ ਕੀਤੀਆਂ ਹੋਈਆਂ ਨੇ। ਕਿਉਂਕਿ ਕਾਲ ਦੇ ਵਸ ਨਹੀਂ ਹੁੰਦੇ, ਜਿਹੜੇ ਗੁਰੂ ਨਾਲ ਜੁੜੇ ਪਰਮੇਸ਼ਰ ਨਾਲ ਜੁੜੇ ਨੇ, ਸੋ ਕਾਲ ਉਹਨਾਂ ਦੇ ਅਧੀਨ ਹੁੰਦਾ। ਇਸ ਤਰ੍ਹਾਂ ਸੋ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਜੀ, ਪਿਆਰੇ ਦਇਆ ਸਿੰਘ ਜੀ ਤੋਂ ਇਹ ਉਹਨਾਂ ਦੀ ਗੱਦੀ ਚੱਲਦੀ ਹੈ। ਬਾਬਾ ਜਵਾਲਾ ਸਿੰਘ ਮਹਾਰਾਜ ਨੇ ਇਸ ਪ੍ਰਕਾਰ ਸੰਗਤਾਂ ਨੂੰ ਬਚਨ ਕਰ ਦਿੱਤਾ ਵੀ ਸਾਧ ਸੰਗਤ ਜੀ ਫਲਾਣੇ ਦਿਨ ਨੂੰ ਭਾਈ ਅਸੀਂ ਸੱਚਖੰਡ ਚਲੇ ਜਾਣਾ। ਕਾਫੀ ਸਮਾਂ ਪਹਿਲਾਂ ਦੱਸ ਦਿੱਤਾ ਸੀ ਭਾਈ ਕੋਈ ਬਚਨ ਬਲਾਸ ਕਰਨਾ, ਦਰਸ਼ਨ ਮੇਲਾ ਕਰ ਲਓ। ਜਿਸ ਵੇਲੇ ਇਸ ਤਰੀਕੇ ਜਦੋਂ ਉਹ ਦਿਨ ਆਇਆ ਤੇ ਮਹਾਂਪੁਰਖਾਂ ਨੇ ਆਪਣੀ ਤਿਆਰੀ ਕੀਤੀ, ਤੋ ਮਹਾਂਪੁਰਖਾਂ ਮਿਸਤਰੀ ਬੁਲਾ ਕਰਕੇ ਆਪਣੇ ਸਰੀਰ ਜਿੱਡਾ ਬਖਸ਼ਾ ਤਿਆਰ ਕੀਤਾ, ਕਿਉਂਕਿ ਇਹ ਮਹਾਂਪੁਰਖ ਜਲ ਪ੍ਰਵਾਹ ਕਰਾਉਂਦੇ ਸਰੀਰ ਨੂੰ। ਤੋ ਇਸ ਪ੍ਰਕਾਰ ਨਾਨਕਸਰ ਵਾਲੇ ਮਹਾਂਪੁਰਸ਼, ਇਹ ਮਹਾਂਪੁਰਸ਼ ਪੁਰਾਣੀ ਜਿਹੜੀ ਹੈ ਇਹ ਸੰਪਰਦਾ ਇੱਕੋ ਹੀ ਚੱਲਦੀ ਹੈ ਬਾਬੇ ਦਿਆਲ ਸੋਹਣਾ ਤੋਂ, 5 ਪਿਆਰਿਆਂ ਦੇ ਮੁਖੀ ਜਿਹੜੇ ਹਨ। ਤੇ ਮਹਾਂਪੁਰਖਾਂ ਨੇ ਤਿਆਰੀ ਕਰਵਾ ਲਈ, ਬਖਸ਼ਾ ਆਦਿਕ ਤਿਆਰ ਕਰ ਲਿਆ, ਭਾਈ ਸਾਡਾ ਸਰੀਰ ਬਖਸ਼ੇ ਚ ਪਾ ਕਰਕੇ ਜਲ ਪ੍ਰਵਾਹ ਕਰਨਾ ਸਤਲੁਜ ਦੇ ਵਿੱਚ। ਤੇ ਜਿਸ ਵੇਲੇ ਇਹ ਅੰਤ ਸਮਾਂ ਸੀ ਤੇ ਮਹਾਂਪੁਰਖਾਂ ਇਸ ਪੂਰਾ ਤਿਆਰੀ ਕਰ ਲਈ, ਉਸ ਵੇਲੇ ਕੁਝ ਪ੍ਰੇਮੀ ਸੰਗਤਾਂ ਨੇ ਬੇਨਤੀ ਕੀਤੀ, ਨਹੀਂ ਮਹਾਂਪੁਰਖੋ ਸਾਨੂੰ ਕੁਝ ਸਮਾਂ ਹੋਰ ਦਰਸ਼ਨ ਦਿਓ। ਜਿੱਦਾਂ ਸਾਹਿਬਜ਼ਾਦੇ ਅਰਦਾਸ ਕੀਤੀ ਹੈ, ਮਹਾਂਪੁਰਖਾਂ ਦੇ ਚਰਨਾਂ 'ਚ ਅਰਦਾਸ ਹੋਈ। ਮਹਾਂਪੁਰਖਾਂ ਨੇ ਕਹਿਣ ਲੱਗੇ ਚਲੋ ਭਾਈ ਅਸੀਂ ਪ੍ਰਬੰਧ ਤਾਂ ਕੀਤਾ ਸੀ, ਪਰ ਜੇ ਹੁਣ ਤੁਸੀਂ ਭਾਈ ਬਹੁਤੀ ਅਧੀਨਗੀ ਦੇ ਨਾਲ ਬੇਨਤੀ ਕਰਦੇ ਹੋ ਤੇ ਚਲੋ ਫਿਰ ਇਦਾਂ ਹੈ 13 ਦਿਨ ਹੋਰ ਸਰੀਰ ਸਾਡਾ ਰਹੂਗਾ, 13ਵੇਂ ਦਿਨ ਫੇਰ ਨਹੀਂ ਅਸੀਂ ਰੁਕਣਾ। ਤੇ ਜੋ ਕਿਸੇ ਦੀ ਮਨ ਦੀ ਅਭਿਲਾਸ਼ਾ ਪੂਰੀ ਕਰ ਲਓ ਭਾਈ, 13 ਦਿਨ ਹੋਰ ਅਸੀਂ ਫਿਰ ਆ ਜਾਂਦੇ ਹਾਂ, ਬਸ ਹੈ ਆਪਣੇ। ਇਹ ਪ੍ਰਕਾਰ ਤਾਂ ਹੀ ਕਿਹਾ ਨਾ, ਇਹ ਜਿਹੜਾ ਜਮਕਾਲ ਵਗੈਰਾ ਨਾ ਇਹ ਸਾਰੇ ਉਹਨਾਂ ਦੇ ਫਿਰ ਅਧੀਨ ਹੋ ਜਾਂਦੇ ਨੇ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਕੌਤਕ ਵਰਤਾਇਆ ਹੈ ਤੇ ਕਿਹਾ ਭਾਈ ਦੱਸੋ। ਤਾਂ ਸ੍ਰੀ ਚੰਦ ਜੀ ਹੁਣ ਬੇਨਤੀ ਕਰਦੇ ਹਨ, ਕੀ ਅਭਿਲਾਸ਼ਾ ਹੈ। ਬੋਲਿਓ ਬਚਨ ਸੁਣੋ ਸੁਖ ਕੰਦੇ। ਇਹ ਸੁੱਖਾਂ ਦੇ ਦਾਤੇ, ਸੁਖ ਕੰਦੇ, ਸੁਖ ਦੇਣ ਵਾਲੇ ਸਤਿਗੁਰੂ ਜੀ, ਸੋ ਸੁਣੋ ਮਹਾਰਾਜ ਸਾਡੀ ਬੇਨਤੀ। ਤੁਮ ਅੰਤਰਜਾਮੀ ਸਭ ਜਾਣੋ। ਮਹਾਰਾਜ ਤੁਸੀਂ ਤੇ ਅੰਤਰਜਾਮੀ ਜਾਣੀ ਜਾਣੋ, ਤੁਸੀਂ ਤੇ ਜਾਣਦੇ ਹੋ ਸਭ ਕੁਝ। ਬਿਨਾ ਕਹੇ ਤੇ ਭੇਵ ਪਛਾਨੋ। ਬਿਨਾਂ ਹੀ ਕਹਿਣ ਤੋਂ ਸਾਰਾ ਭੇਦ ਤਾਂ ਤੁਸੀਂ ਜਾਣਦੇ ਹੀ ਹੋ ਜੀ, ਕਿਉਂ ਅਸੀਂ ਬੇਨਤੀ ਕੀਤੀ ਹੈ। ਸੋ ਤਦਿਆਪ ਕਰੋ ਉਚਾਰੀ। ਪਰ ਕਿਉਂਕਿ ਤੁਸਾਂ ਨੇ ਪੁੱਛਿਆ
ਇਸ ਵਾਸਤੇ ਮੈਂ ਉਚਾਰਨ ਕਰਦਾ ਹਾਂ ਜੀ, ਸੁਣੋ। ਪਿਤਾ ਵਸਤ ਕੇ ਸੋਤੇ ਅਧਿਕਾਰੀ। ਦੇਖੋ ਮਹਾਰਾਜ, ਸੰਸਾਰ ਦੀ ਮਰਜ਼ਾਦਾ ਹੈ। ਜੋ ਪਿਤਾ ਦੀ ਵਸਤੂ ਹੈ ਉਹਦੇ ਅਧਿਕਾਰੀ ਪੁੱਤਰ ਹੁੰਦੇ ਹਨ। ਹਮਕੋ ਸ਼ੂਸ਼ਾ ਸ਼ੋਰ ਪਿਆਨੇ। ਤੇ ਸਾਨੂੰ ਮਹਾਰਾਜ ਤੁਸੀਂ ਖਾਲੀ ਛੱਡ ਕੇ ਆਪ ਚੱਲਿਓ ਸੱਚਖੰਡ ਨੂੰ। ਥਾਪਿਓ ਲਹਿਣਾ ਆਪਣ ਸਥਾਨੇ। ਤੇ ਜੋ ਦਾਤ ਸੀ ਉਹ ਤੁਸੀਂ ਲੈਣਾ ਜਿਹਨੂੰ ਬਖਸ਼ ਦਿੱਤੀ ਹੈ, ਤੇ ਸਾਨੂੰ ਖਾਲੀ ਛੱਡ ਕੇ ਚੱਲੇ ਹੋ ਮਹਾਰਾਜ। ਕਲਾ ਵਿਸਾਲੇ ਤੇ ਤਜ ਖਾਲੀ। ਜੋ ਮਹਾਨ ਕਲਾ ਸ਼ਕਤੀ ਹੈ ਉਹ ਤਾਂ ਸਾਨੂੰ ਖਾਲੀ ਛੱਡ ਕੇ ਚੱਲੇ। ਇਹ ਮਹਾਰਾਜ ਕਰੀ ਆਪ ਅਸਮੰਜਮਸਾਲੀ। ਇਹ ਮਹਾਰਾਜ, ਇਹ ਜਿਹੜੀ ਗੱਲ ਹੈ ਅਸਮੰਜਸ, ਇਹ ਮਹਾਰਾਜ ਤੁਸੀਂ ਉਲਟੀ ਗੱਲ ਕੀਤੀ ਹੈ ਮਹਾਰਾਜ। ਦੁਨੀਆ ਦੀ ਮਰਜ਼ਾਦਾ ਪਿਤਾ ਦੀ ਵਸਤੂ ਦੇ ਮਾਲਕ ਪੁੱਤਰ ਹੁੰਦੇ ਆ। ਦਈ ਅਪਰ ਕੋ ਸਰਬ ਵਡਾਈ। ਇਹ ਸਾਰੀ ਵਡਿਆਈ ਤੁਸੀਂ ਜਿਹੜੀ ਹੈ ਸੇਵਾਦਾਰ ਨੂੰ ਦੇ ਦਿੱਤੀ ਮਹਾਰਾਜ। ਅਸੀਂ ਪੁੱਤਰ ਸੀ, ਤੁਹਾਡੇ ਹੱਕ ਸਾਡਾ ਸੀ। ਤੁਮਰੇ ਸੁਤ ਕਿਆ ਜਗ ਮਹਿ ਪਾਈ। ਫਿਰ ਮਰ ਸਤਿਗੁਰੂ ਜੀ ਦੱਸੋ, ਅਸੀਂ ਤੁਹਾਡੇ ਪੁੱਤਰ ਹਾਂ ਤੇ ਸਾਨੂੰ ਦੁਨੀਆ 'ਚ ਕੀ ਮਿਲਿਆ ਮਹਾਰਾਜ, ਤੁਸੀਂ ਦੱਸੋ। ਦੋਹਰਾ ਬਚਨ ਸੁਣੇ ਨਿਜ ਸੁਨਤਨ ਕੇ। ਸੁਤਨ ਕਹਿੰਦੇ ਆਪਣੇ ਪੁੱਤਰਾਂ ਦੇ ਜਦੋਂ ਬਚਨ ਸੁਣੇ ਇਸ ਪ੍ਰਕਾਰ ਸਤਿਗੁਰਾਂ ਨੇ। ਸ੍ਰੀ ਨਾਨਕ ਗਤ ਦਾਏ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮੁਕਤੀ ਦਾਤਾ ਸਤਿਗੁਰਾਂ ਨੇ ਬਚਨ ਸੁਣੇ ਜਦੋਂ। ਸਭ ਕੇ ਸੁਨਤ ਸ਼ਲੋਕ ਇਹ। ਤੇ ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ। ਫਿਰ ਇਹਨਾਂ ਦੇ ਸਵਾਲ ਦਾ ਜਵਾਬ ਬਾਣੀ ਦੇ ਸ਼ਲੋਕ ਵਿੱਚ ਦਿੱਤਾ ਹੈ। ਉਸ ਵੇਲੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਸੋ ਸੱਚਖੰਡ ਦੀ ਤਿਆਰੀ ਵਿੱਚ ਬੈਠੇ ਨੇ, ਤੇ ਜੇ ਪੁੱਤਰਾਂ ਨੇ ਇਸ ਪ੍ਰਕਾਰ ਦਾ ਸਵਾਲ ਕੀਤਾ ਹੈ ਤੇ ਬਾਣੀ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਜਵਾਬ ਦਿੱਤਾ ਹੈ। ਸਰਵਣ ਕਰੋ। ਇੱਕ ਉਚਰਿਓ ਬਦਨ ਬਨਾਏ। ਸੁਭਾਏ ਮਨ ਮੁਖ ਤੋਂ ਮਹਾਰਾਜ ਨੇ ਇਹ ਸ਼ਲੋਕ ਉਚਾਰਨ ਕੀਤਾ ਹੈ। ਚੌਪੀ ਮਹਲਾ ਪਹਿਲਾ। ਮਹੱਲਾ ਪਹਿਲਾ। ਲੱਖ ਨੇਕੀਆਂ ਚੰਗਿਆਈਆਂ। ਉਸ ਵੇਲੇ ਸਤਿਗੁਰੂ ਨੇ ਇਹ ਸ਼ਬਦ ਉਚਾਰਨ ਕੀਤਾ, ਆਸਾ ਜੀ ਦੀਵਾਰ ਵਿੱਚ ਦਰਜ ਹੈ। ਹਜ਼ੂਰ ਕਹਿੰਦੇ ਲੱਖ ਨੇਕੀਆਂ ਚੰਗਿਆਈਆਂ, ਭਾਵੇਂ ਪੁਰਾਣੀ ਲੱਖਾਂ ਹੀ ਨੇਕੀਆਂ ਤੇ ਚੰਗਿਆਈਆਂ, ਚੰਗੇ ਕਰਮ ਕਰੇ ਦੁਨੀਆ ਵਿੱਚ ਬੇਸ਼ੱਕ। ਲੱਖ ਪੁੰਨਾ ਪ੍ਰਵਾਨ। ਤੇ ਪ੍ਰਮਾਣਿਕ ਸ਼ਾਸਤਰ ਗ੍ਰੰਥਾਂ ਅਨੁਸਾਰ ਲੱਖਾਂ ਪੁੰਨ ਕਰ ਲਵੇ ਬੰਦਾ। ਲੱਖ ਤਪ ਉੱਪਰ ਤੀਰਥਾਂ। ਤੇ ਤੀਰਥਾਂ ਦੇ ਕਿਨਾਰਿਆਂ ਤੇ ਬਹਿ ਕਰਕੇ ਲੱਖਾਂ ਬਰੇ ਲੱਖਾਂ ਪ੍ਰਕਾਰ ਦੇ ਤਪ ਸਾਧ ਲਵੇ ਬੇਸ਼ੱਕ। ਲੱਖ ਸੂਰਤਨ ਸੰਗਰਾਮ ਰਣ। ਸੋ ਸੰਗਰਾਮ, ਲੱਖ ਸੂਰਤਨ ਸੰਗਰਾਮ ਕਹਿੰਦੇ ਨੇ। ਲੱਖ ਇਸ ਪ੍ਰਕਾਰ ਸੂਰਤਨ ਬਹਾਦਰੀ ਦੇ ਮੈਦਾਨੇ ਜੰਗ ਵਿੱਚ ਕਰਮ ਕਰ ਸੂਰਮਾ ਬਣ ਜਾਵੇ। ਸਹਿਜ ਜੋਗ ਬੇਬਾਨ। ਰਣ ਮੈਂ ਛੁੱਟੇ ਪੁਰਾ। ਲੱਖ ਸੂਰਤਨ ਸੰਗਰਾਮ, ਰਣ ਮੈਂ ਛੁੱਟੇ ਪੁਰਾ। ਤੇ ਕਹਿੰਦੇ ਵੱਡੀ ਬਹਾਦਰੀ ਕਰਕੇ ਮੈਦਾਨੇ ਜੰਗ ਵਿੱਚ ਆਪਣੇ ਪ੍ਰਾਣ ਸ਼ਹੀਦੀ ਪ੍ਰਾਪਤ ਕਰ ਲਵੇ ਬੇਸ਼ੱਕ। ਲੱਖ ਸੁਰਤੀ ਲਖ ਗਿਆਨ ਧਿਆਨ। ਲੱਖਾਂ ਹੀ ਸੁਰਤੀਆਂ ਵੇਦਾਂ ਦੀਆਂ ਤੇ ਗਿਆਨ ਇਸ ਪ੍ਰਕਾਰ ਤੇ ਧਿਆਨ ਜਿਹੜਾ ਜੋੜਨਾ ਹੈ, ਇਹਨਾਂ ਦੀ ਸਾਧਨਾ ਬੇਸ਼ੱਕ ਕਰ ਲਵੇ। ਪੜ੍ਹਿਐ ਪਾਠ ਪੁਰਾਣ। ਤੇ ਪੁਰਾਣਾਂ ਦੇ ਪਾਠ ਵੀ ਪੜ੍ਹ ਲਵੇ ਮਹਾਰਾਜ। ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸਾਰੀ ਗਿਣਤੀ ਕਰ ਰਹੇ ਨੇ। ਕਹਿੰਦੇ ਇਤਨਾ ਮਹਾਨ ਕੋਈ ਹੋ ਜਾਵੇ ਬੇਸ਼ੱਕ। ਜਿਨ ਕਰਤੈ ਕਰਣਾ ਕੀਆ। ਦੇਖੋ ਜਿਸ ਕਰਤੇ ਵਾਹਿਗੁਰੂ ਪਰਮੇਸ਼ਰ ਨੇ ਇਹ ਸਾਰਾ ਕੁਝ ਕਰਨਾ ਸੰਸਾਰ ਨੂੰ ਕੀਤਾ ਹੈ ਪੈਦਾ। ਲਿਖਿਆ ਆਵਣ ਜਾਣ। ਜਿਸ ਮਾਲਕ ਨੇ ਹਰੇਕ ਜੀਵ ਦੇ ਮੱਥੇ ਤੇ ਆਉਣਾ ਜਾਣਾ ਲਿਖਿਆ ਹੈ ਜੀਵਨ ਦੇ ਕੇ। ਨਾਨਕ ਮਤੀ ਮਿਥਿਆ। ਇਹ ਸਾਰਾ ਤੇ ਅਖੀਰਲੀ ਤੁਕ ਵਿੱਚ ਮਹਾਰਾਜ ਨੇ ਰਿਜ਼ਲਟ ਕੱਢਿਆ ਹੈ। ਮਹਾਰਾਜ ਕਹਿੰਦੇ ਨਾਨਕ ਮਤੀ ਮਿਥਿਆ। ਆ ਜਿੰਨੀਆਂ ਮੱਤਾਂ ਨੇ ਨਾ ਅਸੀਂ ਆਪਰ ਜਿਹੜੀਆਂ ਗਿਣੀਆਂ ਨੇ, ਮਿਥਿਆ ਸਾਰੀਆਂ ਝੂਠੀਆਂ ਨੇ। ਸੱਚਾ ਕੀ ਹੈ ਤਾਂ ਦੱਸਦੇ ਹਨ। ਕਰਮ ਸੱਚਾ ਨਿਸ਼ਾਨ। ਜਿਹੜੀ ਮਾਲਕ ਦੀ ਬਖਸ਼ਿਸ਼ ਹੈ ਇਹੋ ਹੀ ਸੱਚਾ ਨਿਸ਼ਾਨ ਹੈ। ਸਭ ਤੋਂ ਵੱਡੀ ਨਿਸ਼ਾਨੀ ਹੈ ਰੱਬ ਦੀ ਬਖਸ਼ਿਸ਼, ਗੁਰੂ ਦੀ ਬਖਸ਼ਿਸ਼। ਮੇਰੇ ਸਤਿਗੁਰੂ ਨੇ ਜਵਾਬ ਦਿੱਤਾ ਹੈ ਲਖਮੀ ਦਾਸ ਸ੍ਰੀ ਚੰਦ ਜੀ, ਇਹ ਕਰਮ ਸੱਚਾ ਨਿਸ਼ਾਨ, ਇਹ ਕਰਮ ਜੋ ਬਖਸ਼ਿਸ਼ ਹੈ, ਇੱਥੇ ਕਰਮ ਦਾ ਅਰਥ ਬਖਸ਼ਿਸ਼ ਕਿ ਜਿਹੜੀ ਬਖਸ਼ਿਸ਼ ਹੈ ਨਾ ਗੁਰੂ ਦੀ ਤੇ ਰੱਬ ਦੀ, ਇਹ ਸਭ ਤੋਂ ਵੱਡੀ ਹੈ। ਭਾਵੇਂ ਲੱਖਾਂ ਪੁੰਨਦਾਨ ਕੋਈ ਕਰ ਲਏ, ਤੁਸੀਂ ਪੁੱਤਰ ਹੋ ਤੇ ਤਾਂ ਕੀ ਹੋ ਗਿਆ। ਜਿਹੜੀ ਬਖਸ਼ਿਸ਼ ਹੈ, ਬਖਸ਼ਿਸ਼ ਕੀਤੀ ਹੈ ਤੇ ਕੀਤੀ ਹੈ, ਮੌਜ ਹੈ। ਤੇ ਮੇਰੇ ਸਤਿਗੁਰੂ ਦੱਸਣ ਦੇ ਕਾਰਨ ਵੀ ਇਸ ਦਾ। ਚੌਪਈ ਮਨ ਕੀ ਮਤ ਕਰੇ ਜੇ ਕੋਈ। ਹਜ਼ੂਰ ਕਹਿੰਦੇ ਜੇ ਕੋਈ ਆਪਣੇ ਮਨ ਦੀ ਮਤ ਕਰੇ, ਮਰਜ਼ੀ ਕਰੇ ਮਨ ਦੀ, ਏਕ ਸਿੱਧ ਨਹਿ ਕੈਸੇ ਹੋਈ। ਤਾਂ ਕਹਿੰਦੇ ਨੇ ਮਨ ਦੀ ਮਰਜ਼ੀ ਕਰੇ ਉਹਨੂੰ ਕੁਛ ਵੀ ਸਿੱਧੀ ਪ੍ਰਾਪਤੀ ਨਹੀਂ ਹੁੰਦੀ ਹੈ। ਬਿਨਾ ਆਪਣੇ ਕਰਮ ਵਡਾਈ। ਬਿਨਾ ਭਾਈ ਸੋ ਵਡਿਆਈ ਕਰਮਾਂ ਤੋਂ ਬਿਨਾਂ ਨਹੀਂ ਮਿਲਦੀ। ਪਰ ਮਹਾਰਾਜ ਦੀ ਇੱਥੇ ਕਰਮ ਬਖਸ਼ਿਸ਼ ਦਾ ਨਾਮ ਹੈ। ਕਿਨਹੂ ਪਾਈ ਖਬਰ ਨਾ ਰਾਈ। ਕਿਸੇ ਨੇ ਰਾਈ ਮਾਤਰ ਵੀ ਖਬਰ ਨਹੀਂ ਪ੍ਰਾਪਤ ਕੀਤੀ ਹੈ ਬਿਨਾਂ ਬਖਸ਼ਿਸ਼ ਤੋਂ। ਸ੍ਰੀ ਕਰਤਾਰ ਭਾਵਈ ਜੋਈ। ਦੇਖੋ ਜੋ ਕਰਤਾਰ ਵਾਹਿਗੁਰੂ ਨੂੰ ਪਾਉਂਦਾ ਹੈ,
ਜੋ ਵਾਹਿਗੁਰੂ ਪਰਮੇਸ਼ਵਰ ਦੀ ਬਖਸ਼ਿਸ਼ ਹੈ, ਮੌਜ ਹੈ। ਹੋਤ ਪ੍ਰਤੱਖ ਬਾਤ ਹੈ ਸੋਈ। ਤੋ ਕਹਿੰਦੇ ਉਹੀ ਗੱਲ ਪ੍ਰਤੱਖ ਹੁੰਦੀ ਹੈ, ਉਹੀ ਗੱਲ ਸਪਸ਼ਟ ਹੁੰਦੀ ਹੈ ਜੋ ਮਾਲਕ ਨੂੰ ਭਾਉਂਦੀ ਹੈ। ਲੈਣ ਦੇਣ ਸਭ ਤਾਹੇ ਅਧੀਨਾ। ਮਹਾਰਾਜ ਕਹਿੰਦੇ ਨੇ ਠੀਕ ਹੈ, ਲੈਣਾ ਜਿਹਨੂੰ ਗੁਰੂ ਅੰਗਦ ਦੇਵ ਸਾਹਿਬ ਥਾਪਿਆ ਸੀ। ਮਹਾਰਾਜ ਕਹਿੰਦੇ ਇਹ ਸਾਰਾ ਲੈਣਾ ਦੇਣਾ ਜੋ ਕੁਛ ਹੈ ਨਾ, ਇਹ ਮਾਲਕ ਦੇ ਵਸ ਹੈ। ਇਹ ਹੁਣ ਤੁਸੀਂ ਪਿਤਾ ਹੀ ਸਮਝਦੇ ਹੋ, ਇਹ ਤਾਂ ਰੱਬ ਦੇ ਵਸ ਹੈ। ਔਰ ਨਾ ਕਿਸੂ ਕੇ ਕਰ ਦੀਨਾ। ਇਹ ਦੇਖੋ ਮਾਲਕ ਨੇ ਕਿਸੇ ਦੇ ਹੱਥ ਨਹੀਂ ਦਿੱਤੀ ਆਪਣੀ ਬਖਸ਼ਿਸ਼ ਜਿਹੜੀ। ਇਹ ਜਿਹਨੂੰ ਮਾਲਕ ਬਖਸ਼ਿਸ਼ ਕਰੇ, ਲੈਣਾ ਜੀ ਧੁਰੋਂ ਲਿਖਾ ਕੇ ਆਏ ਸਨ ਤੇ ਉਹਨਾਂ ਨੂੰ ਮਿਲਣੀ ਸੀ ਰੱਬ ਦੀ ਦਾਤ। ਰੱਬ ਨੇ ਬਖਸ਼ਿਸ਼ ਕੀਤੀ ਤੇ ਉਹਨਾਂ ਨੂੰ ਪ੍ਰਾਪਤ ਹੋਣੀ ਸੀ। ਇਹ ਸੁਣ ਕੇ ਸੁਤ ਦੋਨੋਂ ਮੁਰਝਾਨੇ। ਦੋਨੋਂ ਪੁੱਤਰਾਂ ਨੇ ਜਵਾਬ ਸੁਣਿਆ, ਹੁਣ ਅੱਗੋਂ ਸਵਾਲ ਕੀ ਕਰਨ। ਚਿਹਰੇ ਮੁਰਝਾ ਗਏ, ਨੀਵੀਆਂ ਪਾ ਲੀਆਂ ਵੀ ਹੁਣ ਕੀ ਕਹੀਏ। ਹਵੈ ਅਧੀਨ ਪੁਨ ਬਚਨ ਬਖਾਨੇ। ਫਿਰ ਅਧੀਨਗੀ ਦੇ ਨਾਲ ਨਿਮਰਤਾ ਵਿੱਚ ਆਣ ਕੇ ਬੇਨਤੀ ਕੀਤੀ ਸਤਿਗੁਰਾਂ ਨੂੰ, ਨਹੀਂ ਹਮਾਰੋ ਚਾਰੋ ਕੋ। ਹੇ ਮਹਾਰਾਜ ਹੁਣ ਸਾਡਾ ਕੋਈ ਚਾਰਾ, ਸਾਡਾ ਕੋਈ ਯਤਨ ਨਹੀਂ ਹੈ। ਜਿਉ ਭਾਵੈ ਤਿਉ ਕਰੀਏ ਸੋਊ। ਹੇ ਮਾਲਿਕ ਜਿਵੇਂ ਤੁਹਾਨੂੰ ਸਤਿਗੁਰੂ ਜੀ ਭਾਉਂਦਾ ਹੈ ਹੁਣ ਉਵੇਂ ਕਰੋ ਮਹਾਰਾਜ। ਜਗ ਮੈਂ ਮਨਤਾ ਹੈਵੈ ਨਾ ਹਮਾਰੀ। ਪਰ ਇਹ ਗੱਲ ਹੈ ਦੁਨੀਆ ਵਿੱਚ ਸਾਨੂੰ ਮਾਣ ਸਤਿਕਾਰ ਨਹੀਂ ਦੇਣਾ ਕਿਸੇ ਨੇ। ਬਖਸ਼ਿਸ਼ ਤਾਂ ਤੁਸੀਂ ਗੁਰੂ ਅੰਗਦ ਦੇਵ ਸਾਹਿਬ ਨੂੰ ਬਖਸ਼ ਦਿੱਤੀ ਹੈ, ਸਾਨੂੰ ਕਹਿੰਦੇ ਜਾਣਨਾ ਹੁਣ ਦੁਨੀਆ 'ਚ। ਕੋਈ ਨਾ ਦੇਵੈ ਭੇਟ ਅਗਾਰੀ। ਕਿਸੇ ਨੇ ਵੀ ਆਣ ਕਰਕੇ ਸਾਨੂੰ ਭੇਟਾ ਨਹੀਂ ਰੱਖਣੀ, ਮੱਥਾ ਨਹੀਂ ਟੇਕਣਾ। ਨਾਮ ਲਾਜ ਤੁਮਹੀ ਕੋ ਸਾਰੀ। ਇਹ ਮਹਾਰਾਜ ਤੁਹਾਡੇ ਨਾਮ ਨੂੰ ਲਾਜ ਹੈ। ਲੋਕਾਂ ਨੇ ਇਹੋ ਕਹਿਣਾ ਗੁਰੂ ਨਾਨਕ ਦੇ ਸਾਹਿਬਜ਼ਾਦੇ ਇਉ ਕਹਿ ਮੁਖਤੇ ਤੂਸ਼ਣ ਧਾਰੀ। ਇਉਂ ਬੇਨਤੀ ਕਰਕੇ ਇਹ ਚੁੱਪ ਕਰ ਗਏ ਹਨ। ਗੁਣ ਖਾਨੀ ਸੁਣ ਕਰਨਾ ਠਾਨੀ। ਧੰਨ ਮੇਰੇ ਸਤਿਗੁਰੂ ਨਾਨਕ ਸਾਹਿਬ ਗੁਣਾਂ ਦੇ ਖਜ਼ਾਨੇ ਦਾ ਧਾਰ ਨੇ। ਇਹਨਾਂ ਦੀ ਨਿਰਾਸ਼ਾ ਵੇਖ ਕੇ ਤੇ ਮੇਰੇ ਹਜੂਰ ਨੇ ਬਚਨ ਕੀਤਾ, ਫਿਰ ਬੋਲੇ ਸੁਤਨ ਸੰਗ ਪੁਨ ਬਾਨੀ। ਆਪਣੇ ਸੁਪੁੱਤਰਾਂ ਦੇ ਨਾਲ ਬਚਨ ਕੀਤਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਆਖਰੀ ਸਮੇਂ। ਰਿੱਧ ਸਿੱਧ ਸਭ ਹਵੈ ਕੁਲ ਮਾਹੀ। ਮਹਾਰਾਜ ਕਹਿੰਦੇ ਭਾਈ ਅਕਸਰ ਮੇਰੀ ਕੁਲ ਹੋ ਮੇਰੇ ਸਾਹਿਬਜ਼ਾਦੇ, ਰਿੱਧੀਆਂ ਸਿੱਧੀਆਂ ਤੇ ਤੁਹਾਡੇ ਕੋਲ ਹੋਣਗੀਆਂ, ਇਹਨਾਂ ਦੀ ਕੋਈ ਕਮੀ ਨਾ ਹੋਏਗੀ। ਪਟ ਧਨ ਧਾਮ ਟੋਟ ਕਬ ਨਾਹੀ। ਘਰ ਦੀ, ਧਨ ਦੀ ਅਤੇ ਵਸਤਰ ਆਦਿਕ ਦੀ ਕੋਈ ਕਮੀ ਨਾ ਰਹੇਗੀ ਤੁਹਾਨੂੰ। ਗੁਰੂ ਪੀਰ ਕੇ ਜੋ ਹੈ ਸਵਾਨਾ। ਇਸ ਪ੍ਰਕਾਰ ਮਹਾਰਾਜ ਕਹਿੰਦੇ ਵੀ ਗੁਰੂ ਤੇ ਪੀਰ ਦੇ ਦਰ ਦੇ ਤੇ ਜਿਹੜੇ ਕੁੱਤੇ ਕੂਕਰ ਵੀ ਹੁੰਦੇ ਆ, ਤਿਨ ਕੋ ਮਾਨਤ ਜਗਤ ਮਹਾਨਾ। ਮਹਾਰਾਜ ਕਹਿੰਦੇ ਸਾਡੇ ਦਰ ਦੇ ਕੁੱਤਿਆਂ ਨੂੰ ਵੀ ਦੁਨੀਆ ਪੂਜੇਗੀ, ਤੁਸੀਂ ਫਿਰ ਪੁੱਤਰ ਹੋ, ਤੁਹਾਨੂੰ ਘਾਟਾ ਨਾ ਰਹੂਗਾ। ਤੁਮ ਤੋ ਤਾਤ ਭਏ ਮੁਝ ਤਨ ਤੇ। ਤੁਸੀਂ ਤਾਂ ਮੇਰੇ ਸਰੀਰ ਤੋਂ ਮੇਰੇ ਪੁੱਤਰ ਪੈਦਾ ਹੋਏ ਹੋ, ਮੇਰੇ ਦਰ ਦੇ ਤਾਂ ਕੂਕਰਾਂ ਨੂੰ ਵੀ ਦੁਨੀਆ ਨਮਸਕਾਰਾਂ ਕਰਨਗੀਆਂ। ਭੇਟਾ ਕਿਉ ਨਾ ਦੇਹ ਹਿਤ ਮਨ ਤੇ। ਇਸ ਪ੍ਰਕਾਰ ਤੁਹਾਡੀ ਜੇ ਇਹੀ ਇੱਛਾ ਹੈ, ਰਿੱਧੀਆਂ ਸਿੱਧੀਆਂ ਹੋਣਗੀਆਂ, ਤਨ ਮਨ ਕਰਕੇ ਭੇਟਾ ਮਿਲਣਗੀਆਂ, ਸਤਿਕਾਰ ਹੋਏਗਾ। ਕਰਾਮਤ ਹਵੈ ਹੈ ਤੁਮ ਮਾਹੀ। ਤੁਹਾਡੇ ਵਿੱਚ ਵੀ ਸਿੱਧੀਆਂ ਆਦਿਕ ਦੀ ਕਰਾਮਾਤ ਤਾਂ ਹੋਏਗੀ, ਕਮੀ ਨਾ ਹੋਵੇਗੀ। ਸਿੱਖ ਹਮਾਰੇ ਸਰਬ ਪੁਜਾਹੀ। ਮੇਰੇ ਜੋ ਮਹਾਰਾਜ ਕਹਿੰਦੇ ਜੋ ਸਾਡੇ ਸਿੱਖ ਸੰਗਤ ਹੈ ਤੇਰਾ ਮਾਣ ਸਤਿਕਾਰ ਕਰਨਗੇ ਤੁਹਾਡਾ। ਜਗਤ ਬਿਰਾਜੋ ਸਭ ਤੇ ਉੱਚੇ। ਸੰਸਾਰ ਦੇ ਵਿੱਚ ਆਮ ਲੋਕਾਂ ਤੋਂ ਉੱਚੇ ਹੋ ਕੇ ਬਿਰਾਜਮਾਨ ਹੋਵੋਗੇ। ਤੁਮਰੀ ਸਮਤਾ ਕੋ ਨਾ ਪਹੁੰਚੇ। ਤੁਹਾਡੀ ਬਰਾਬਰੀ ਤੋਂ ਕੋਈ ਕਰ ਨਹੀਂ ਸਕਦਾ, ਗੁਰੂ ਨਾਨਕ ਦੇ ਸਾਹਿਬਜ਼ਾਦੇ ਹੋ। ਸੁਣੋ ਪ੍ਰੰਤ ਜੋ ਸ਼ਬਦ ਵਡਾਈ। ਪਰ ਦੇਖੋ ਜਿਹੜੀ ਸ਼ਬਦ ਦੀ ਵਡਿਆਈ ਹੈ ਨਾ, ਬਾਣੀ ਹੈ, ਸ਼ਬਦ ਹੈ, ਦੁਨੀਆ ਨੂੰ ਸ਼ਬਦ ਨਾਮਦਾਨ ਬਖਸ਼ਿਸ਼ ਉਧਾਰ ਕਰਨ ਦੀ ਵਡਿਆਈ, ਇਹ ਜੋ ਦਾਤ ਹੈ ਨਾ, ਸੰਗਦ ਨ ਨੀਕੇ ਪਾਈ। ਤੇ ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਨੀਕੇ ਸੋਹਣੇ ਢੰਗ ਨਾਲ ਗੁਰੂ ਅੰਗਦ ਦੇਵ ਨੇ ਪ੍ਰਾਪਤ ਕੀਤੀ ਹੈ ਦਾਤ ਉਹ ਸ਼ਬਦ ਦੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਹਿਰਦੈ ਵਿਚਾਰ ਲਿਹੋ ਤੁਮ ਦੇਖੀ। ਮਹਾਰਾਜ ਕਹਿੰਦੇ ਤੁਸੀਂ ਅੱਖੀਂ ਵੇਖਿਆ ਤੇ ਮਨ 'ਚ ਵਿਚਾਰ ਕਰਕੇ ਦੇਖ ਲਓ, ਕੋਈ ਨਜਾਇਜ਼ ਤਾਂ ਨਹੀਂ ਕੀਤਾ। ਤੁਹਾਡੇ ਸਾਰਿਆਂ ਦੇ ਸਾਹਮਣੇ ਪਰਖਾਂ ਦੇ ਵਿੱਚ ਸਾਰੇ ਫੇਲ ਹੋਏ ਤੁਸੀਂ, ਤੇ ਲਹਿਣਾ ਜੀ ਪਾਸ ਹੋਏ, ਵਡਿਆਈ ਉਹਨਾਂ ਨੂੰ ਮਿਲਣੀ ਸੀ, ਮਿਲੀ ਹੈ। ਜਿਉ ਲੀਨੀ ਕੇ ਘਾਲ ਵਸੇਖੀ। ਜਿਨ੍ਹਾਂ ਨੇ ਵਿਸ਼ੇਸ਼ ਘਾਲ ਕਰਕੇ ਦਾਤ ਪ੍ਰਾਪਤ ਕੀਤੀ ਹੈ। ਨਿਰਹੰਕਾਰ ਰਹਿਓ ਅਨਸਾਰੀ। ਦੇਖੋ ਕਦੇ ਉਹਨਾਂ ਨੇ ਹੰਕਾਰ ਨਹੀਂ ਕੀਤਾ ਤੇ ਫਿਰ ਅਨੁਸਾਰੀ ਰਹੇ ਨੇ, ਜਿਵੇਂ ਹੁਕਮ ਕੀਤਾ ਹੈ ਸਾਡੀ ਮਰਜ਼ੀ ਮੁਤਾਬਕ ਰਹੇ ਹਨ ਚਰਨਾਂ ਵਿੱਚ। ਰਿਦਾ ਸਦੀਵ ਸੇਵ ਜਿਸ ਪਿਆਰੀ। ਜਿਹਨਾਂ ਨੂੰ ਹਮੇਸ਼ਾ ਸਿਰਫ ਗੁਰੂ ਦੀ ਸੇਵਾ ਹੀ ਪਿਆਰੀ ਹੈ, ਤਨ ਨਹੀਂ ਪਿਆਰਾ, ਹੋਰ ਕੁਝ ਪਿਆਰਾ ਨਹੀਂ, ਗੁਰੂ ਦੀ ਸੇਵਾ ਹੀ ਪਿਆਰੀ ਕਰਕੇ ਸੇਵਾ ਕੀਤੀ ਹੈ। ਆਇਸ਼ ਬਿਖੇ ਬਿਮਲ ਨਹ ਕੀਤੀ। ਇਸ ਪ੍ਰਕਾਰ ਸੋ ਬਿਲਮ ਕਹਿੰਦੇ ਜੋ ਵੀ ਸਾਡੀ ਆਗਿਆ ਹੋਈ ਕਦੇ ਦੇਰੀ ਨਹੀਂ ਲਾਈ ਉਹਨਾਂ ਨੇ, ਜਦੋਂ ਹੁਕਮ ਹੋਇਆ ਛਾਲ ਮਾਰ ਕਰਕੇ ਉੱਠੇ, ਸੇਵਾ ਵਿੱਚ ਹਾਜ਼ਰ ਹੋਏ। ਸੂਧੀ ਹੋਏ ਅਥਵਾ ਵਿਪਰੀਤੀ। ਤੇ ਅਸੀਂ ਭਾਵੇਂ ਸਿੱਧੀ ਕੋਈ ਗੱਲ ਕਰੀਏ ਤੇ ਭਾਵੇਂ ਕੋਈ ਉਲਟ ਗੱਲ ਕਰੀਏ, ਉਹਨਾਂ ਨੇ ਕਦੇ ਸਿਰ ਨਹੀਂ ਫੇਰਿਆ, ਕਦੇ ਹੰਕਾਰ ਨਹੀਂ ਕੀਤਾ,
ਕਦੇ ਨਾ ਨਹੀਂ ਕੀਤੀ, ਸਾਡੀ ਮਰਜ਼ੀ ਅਨੁਸਾਰ ਉਹਨਾਂ ਨੇ ਸੇਵਾ ਕਮਾਈ ਹੈ। ਅਵਰ ਕਹੇ ਗੁਣ ਅੰਗਦ ਕੇਰੇ, ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੇ ਹੋਰ ਗੁਣ ਜਿਹੜੇ ਉਹ ਬਿਆਨ ਕੀਤੇ ਹਨ। ਪੁਨ ਤੂਸ਼ਣ ਕੇ ਪ੍ਰਭੂ ਬਡੇਰੇ, ਤੂਸ਼ਣ ਕੀਏ। ਫਿਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਚੁੱਪ ਕਰ ਗਏ ਹਨ। ਇਸ ਤਰੀਕੇ ਨਾਲ ਬਚਨ ਕਰਕੇ ਵੱਡੇ ਮੇਰੇ ਸਤਿਗੁਰੂ ਜੀ ਦੋਏ ਘਟੇ ਦੇ ਦਰਸ਼ਨ ਔਰੀ, ਮੇਰੇ ਸਤਿਗੁਰਾਂ 2 ਘੜੀਆਂ ਇਉਂ ਫਿਰ ਸੰਗਤਾਂ ਨੂੰ ਦਰਸ਼ਨ ਬਖਸ਼ਿਸ਼ ਕੀਤੇ। ਨਰ ਹਜ਼ਾਰ ਬੰਦੇ ਕਰ ਜੋਰੀ, ਹਜ਼ਾਰਾਂ ਹੀ ਲੋਕਾਂ ਨੇ ਧੰਨ ਮੇਰੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਤੇ ਹੱਥ ਜੋੜ ਜੋੜ ਕੇ ਨਮਸਕਾਰਾਂ ਕੀਤੀਆਂ। ਧੰਨ ਮੇਰੇ ਸਮਰੱਥ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਅੰਤਰਜਾਮੀ ਦਾ ਧਾਰ ਸੱਚਖੰਡ ਦੇ ਤਿਆਰੇ ਹਨ। ਮੇਰੇ ਸ਼ਹਿਨਸ਼ਾਹ ਪਿਤਾ ਗਰੀਬ ਨਵਾਜ ਸੋ ਬਖਸ਼ਿਸ਼ਾਂ ਕਰਕੇ ਆਪ ਸੱਚਖੰਡ ਪਿਆਨਾ ਕੀਤਾ ਕਰ ਰਹੇ ਨੇ। ਕਵੀ ਜੀ ਸੋਹਣੀ ਸੁੰਦਰ ਆਪਣੀ ਵਿਦਿਆ ਦਾ ਸੋ ਪ੍ਰਗਟਾਵਾ ਕਰਦੇ ਹੋਏ ਮਹਾਰਾਜ ਸਤਿਗੁਰਾਂ ਦੇ ਇਸ ਪਾਵਨ ਪਵਿੱਤਰ ਸੱਚਖੰਡ ਗਮਨ ਦੇ ਇਤਿਹਾਸ ਨੂੰ ਜਿਹੜਾ ਹੈ ਇਸ ਪ੍ਰਕਾਰ ਉਹ ਛੰਦਾਬੰਦੀ ਵਿੱਚ ਦਰਜ ਕਰ ਰਹੇ ਹਨ। ਅਤੇ ਮੇਰਾ ਖਿਆਲ ਇਹੀ ਪ੍ਰਸੰਗ ਇਹਦੇ ਨਾਲ ਸਾਡਾ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਜਿਹੜਾ ਨਾ ਉਹ ਸੰਪੂਰਨ ਹੋ ਜਾਣਾ ਹੈ। ਇਸ ਤੋਂ ਅੱਗੇ ਫਿਰ ਸੂਰਜ ਪ੍ਰਕਾਸ਼ ਜਿਹੜਾ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਦੂਜੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋ ਇਸ ਪ੍ਰਕਾਰ ਜਸ ਤੋਂ ਸ਼ੁਰੂ ਹੋਵੇਗਾ। ਸਤਿਗੁਰੂ ਜੀ ਬਖਸ਼ਿਸ਼ ਕਰਨ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਨ। ਬਖਸ਼ਿਸ਼ ਕੀਤੀ ਹੋਈ ਸਿੱਖਿਆ ਉਪਦੇਸ਼ ਸਾਡੇ ਹਿਰਦੇ 'ਚ ਵਸਾਉਣ, ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੋਹਲੇ। ਨਾਨਕ ਹਰ ਪ੍ਰਵਿਆਪੇ ਮੇਲੇ ਦੀਆਂ ਬਰਕਤਾਂ ਦੇ ਪਾਤਰ ਬਣੀਏ। ਭੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ, ਦੇਹੋ ਸੱਜਣ ਅਸੀਸਣੀਆਂ, ਯਹੋਵਾ ਸਾਹਿਬ ਸੇ ਮੇਲ ਦੀ ਦਾਤ ਪ੍ਰਾਪਤ ਹੋਵੇ। ਦੋਏ ਘਟੇ ਦੇ ਦਰਸ਼ਨ ਔਰੀ, ਨਰ ਹਜ਼ਾਰ ਬੰਦੇ ਕਰ ਜੋਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।